ਕਿਹੜੀ ਥਿਊਰੀ ਤੇ ਕਨਸੈਂਟਰੇਟ ਕਰ ਰਹੇ ਹੋ? ਪੋਲੀਟੀਕਲ ਏਜੰਸੀ, ਉਹ ਇੰਡਸਟਰੀ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਕੰਮ ਕਰ ਰਿਹਾ ਸੀ, ਕਿਹੜੀ ਥਿਊਰੀ ਤੁਹਾਡੀ ਟੌਪ ਤੇ? ਮੇਰੇ ਹਿਸਾਬ ਨਾਲ ਇਹ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੋ ਕੇ ਲਾਰੈਂਸ ਬਿਸ਼ਨੋਈ ਤੇ ਹੀ ਗੱਲ ਖਤਮ ਨਹੀਂ ਹੋਈ। ਇਹਦੇ ਵਿੱਚ ਕਈ ਐਸਪੈਕਟਸ ਹੈਗੇ ਨੇ। ਪਹਿਲੀ ਥਿਊਰੀ ਦੱਸ ਸਕਦੇ ਹੋ? ਕਿ ਮੂਸੇਵਾਲਾ ਇੱਕ ਇਹੋ ਜਿਹਾ ਹੀਰੋ ਸੀ ਜੋ ਪੰਜਾਬ ਦੇ ਯੂਥ ਨੂੰ ਇੱਕ ਆਈਡੀਓਲੋਜੀ ਦੀ ਤਰਫ ਲੈ ਕੇ ਜਾ ਰਿਹਾ ਸੀ। ਤੇ ਜੇ ਤੁਸੀਂ ਕੋਈ ਨਵਾਂ ਹੀਰੋ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਿਛਲੇ ਹੀਰੋ ਨੂੰ ਐਲੀਮੀਨੇਟ ਕਰਨਾ ਪਏਗਾ, ਸੀਨ 'ਚੋਂ ਹਟਾਉਣਾ ਪਏਗਾ। ਜੇ ਪੋਲੀਟੀਕਲ ਥਿਊਰੀ ਤੁਹਾਨੂੰ ਲੱਗਦੀ ਹੈ ਤਾਂ ਉਸ ਪੋਲੀਟੀਕਲ ਥਿਊਰੀ ਦੇ ਵਿੱਚ ਇੱਕ ਇਹ ਵੀ ਹੋ ਸਕਦਾ ਕਿ ਇੱਥੇ ਸਰਕਾਰ ਨਵੀਂ ਆਈ ਸੀ ਜੀ, ਉਸ ਸਰਕਾਰ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਸੀ। ਇੱਕ ਥਿਊਰੀ ਇਹ ਵੀ ਹੈ ਕਿ ਪੰਜਾਬ ਵਿੱਚ ਹੀਰੋਸ਼ਿਪ ਬਹੁਤ ਵੱਡੇ ਪੱਧਰ ਤੇ ਰਹੀ ਹੈ, ਕਿ ਉਸ ਹੀਰੋਇਜ਼ਮ ਨੂੰ ਖਤਮ ਕਰਨ ਦੀ ਕੋਸ਼ਿਸ਼ ਸੀ ਜਾਂ ਪੂਰੇ ਮੁਲਕ ਦੇ ਵਿੱਚ ਇੱਕ ਨਵਾਂ ਹੀਰੋ ਪੇਸ਼ ਕਰਨ ਦੀ ਕੋਸ਼ਿਸ਼ ਸੀ। ਸਾਰੇ ਸਿੱਧੂ ਮੂਸੇਵਾਲੇ ਦੇ ਫੇਮ ਨੂੰ ਕੈਸ਼ ਕਰਨ ਵਿੱਚ ਲੱਗੇ। ਤੁਸੀਂ ਉਸ ਦਾ ਹਿੱਸਾ ਕਿ ਜਦੋਂ ਤੁਸੀਂ ਇਸ ਇਨਵੈਸਟੀਗੇਟ ਕਰ ਰਹੇ ਸੀ, ਤੁਸੀਂ ਗੂਗਲ ਵੀ ਛਾਣਿਆ ਹੋਊਗਾ ਤੇ ਪੁਲਿਸ ਅਫਸਰਾਂ ਦੇ ਦਫ਼ਤਰ ਵੀ ਛਾਣਿਆ ਹੋਊਗਾ, ਜੀ ਜੀ, ਉਹਨਾਂ ਦੇ ਦੋਸਤਾਂ ਤੱਕ ਵੀ ਗਏ ਹੋਣਗੇ, ਉਸ ਜਗ੍ਹਾ ਤੇ ਵੀ ਗਏ ਹੋਣਗੇ ਜਿੱਥੇ ਮਰਡਰ ਹੋਇਆ। ਤੁਹਾਨੂੰ ਕਦੇ ਕੋਈ ਧਮਕੀ ਨਹੀਂ? ਕਿ ਕਈ ਵਾਰ ਨਾ ਤੁਹਾਨੂੰ ਧਮਕੀ ਨਹੀਂ ਆਉਂਦੀ, ਕਈ ਵਾਰ ਤੁਹਾਨੂੰ ਫਰੈਂਡਲੀ ਐਡਵਾਈਸ ਆ ਜਾਂਦੀ। ਕਿਸੇ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਯਾਰੀ ਬੜੀ ਹੈ ਜਤਿੰਦਰ, ਇਸ ਕਰਕੇ ਸਟੋਰੀ ਬਾਹਰ ਕੋਈ ਗੈਂਗਸਟਰ ਜਾਂ ਕੋਈ ਇਹੋ ਜਿਹਾ ਗਰੁੱਪ ਸਿੱਧੂ ਮੂਸੇਵਾਲੇ ਨੂੰ ਪ੍ਰੋਟੈਕਟ ਕਰ ਰਿਹਾ ਸੀ? ਇਸ ਦੇ ਬਹੁਤ ਜ਼ਿਆਦਾ ਚਾਂਸਸ ਹੈ। ਤੁਸੀਂ ਸਿੱਧੂ ਮੂਸੇਵਾਲੇ ਨੂੰ ਕੀ ਰੀਡ ਕਰਦੇ ਹੋ? ਕਿਹੜੀ ਜਗ੍ਹਾ ਤੇ ਤੁਹਾਨੂੰ ਗਲਤ ਲੱਗਿਆ ਤੇ ਕਿਹੜੀ ਜਗ੍ਹਾ ਤੇ ਬਹੁਤ ਸਹੀ ਲੱਗਿਆ ਇਸ ਐਨਆਰਆਈ ਦੇ ਕਨੈਕਸ਼ਨਾਂ ਵਿੱਚ? ਆਫ ਕੋਰਸ ਉਹ ਤਾਂ ਗੋਲਡੀ ਬਰਾਰ ਕੈਨੇਡਾ ਵਿੱਚ ਹੈ, ਉਸਨੇ ਤਾਂ ਮੰਨਿਆ ਹੀ ਹੋਇਆ। ਤੁਹਾਨੂੰ ਉਹ ਚਾਰ ਚਿਹਰਿਆਂ ਤੋਂ ਇਲਾਵਾ ਹੋਰ ਕੋਈ ਚਿਹਰਾ ਯਾਦ ਆ ਰਿਹਾ? ਮੈਂ ਤਿੰਨ ਦੀਪ ਦਾ ਜ਼ਿਕਰ ਕੀਤਾ, ਤਿੰਨਾਂ ਦੀ ਥਿਊਰੀ ਵੱਖ-ਵੱਖ ਹੋ ਸਕਦੀ ਹੈ, ਪਰ ਸੰਦੀਪ ਨੰਗਲ ਅੰਬੀਆ ਤੇ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਕੋਈ ਕੜੀ ਜੁੜਦੀ। ਜਦੋਂ ਅਸੀਂ ਵਰਿੰਦਰ ਦਾ ਜ਼ਿਕਰ ਕਰਦੇ ਹਾਂ, ਚਮਕੀਲੇ ਦਾ ਜ਼ਿਕਰ ਕਰਦੇ ਹਾਂ, ਇਹ ਉਹ ਇੰਡਸਟਰੀ ਹੈ ਸਾਰੀ ਜਿਹੜੀ ਕਿਸੇ ਨਾ ਕਿਸੇ ਰੂਪ ਵਿੱਚ ਹਥਿਆਰਾਂ ਦਾ ਸ਼ਿਕਾਰ ਹੋਈ ਹੈ। ਕੀ ਤੁਸੀਂ ਸਿੱਧੂ ਮੂਸੇਵਾਲੇ ਦਾ ਮਰਡਰ ਉਸ ਕੜੀ ਦਾ ਹਿੱਸਾ ਮੰਨਦੇ ਹੋ? ਹੁਣ ਮੈਂ ਉਸ ਪੁਆਇੰਟ ਤੇ ਆਉਣਾ ਜਿਸ ਪੁਆਇੰਟ ਤੇ ਸਾਰਾ ਇਹ ਮੁੱਦਾ ਖੜਾ। ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਕੀ? ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਚੋਂ 3 ਦੀਪ ਬੁਝੇ ਆ ਤੇ ਇਹਨਾਂ 3 ਦੀਪਾਂ ਚੋਂ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆਏ ਆ। 3 ਦੀਪ ਕਿਹੜੇ ਆ? ਦੀਪ ਸਿੱਧੂ, ਸੰਦੀਪ ਸਿੰਘ ਨੰਗਲ ਅੰਬੀਆ ਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਤੇ ਇਹ 3 ਦੀਪ ਦੀ ਵੱਖ-ਵੱਖ ਸਟੋਰੀ ਹੋ ਸਕਦੀ ਹੈ, ਜਾਂਚ ਦੇ ਐਂਗਲ ਵੱਖ-ਵੱਖ ਹੋ ਸਕਦੇ ਹੈ, ਪਰ ਜਾਂਚ ਦੇ ਸਵਾਲ ਸਾਰੇ ਹੀ ਇੱਕੋ ਜਿਹੇ ਸਾਡੇ ਸਾਹਮਣੇ ਪਏ ਹੈ। ਇਹ ਸਵਾਲ ਕਿਉਂ ਉੱਠੇ? ਇਹਨਾਂ ਸਵਾਲਾਂ ਦਾ ਜਵਾਬ ਕੌਣ ਦਊਗਾ? ਇਹੀ ਸਵਾਲ ਸਾਡੇ ਸਾਹਮਣੇ ਸਭ ਤੋਂ ਵੱਡਾ ਪਿਆ ਹੈ। ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਉਹ ਸ਼ਖਸ ਮੌਜੂਦ ਆ ਜਿਨ੍ਹਾਂ ਨੇ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਵਿੱਚ ਇੱਕ ਨਾਮਣਾ ਖੱਟਿਆ। 27 ਸਾਲ ਦਾ ਉਹਨਾਂ ਦਾ ਸਫ਼ਰ ਹੈ ਤੇ ਉਹਨਾਂ ਨੇ ਸਿੱਧੂ ਮੂਸੇਵਾਲੇ ਤੇ ਇੱਕ ਕਿਤਾਬ ਲਿਖੀ ਹੈ ਤੇ ਉਸ ਕਿਤਾਬ ਵਿੱਚ 17 ਚੈਪਟਰ ਨੇ। 17 ਚੈਪਟਰ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਵਰਤਾਂਤ ਕੀਤਾ ਗਿਆ ਕਿ ਕੀ ਕੁਝ ਵਾਪਰਿਆ ਸੀ ਤੇ ਕਿਹੜੇ ਸਵਾਲ ਬਾਕੀ ਹੈ। ਉਹਦੇ ਹੋਰ ਐਡੀਸ਼ਨ ਵੀ ਆਉਣਗੇ। 12 ਭਾਸ਼ਾਵਾਂ ਵਿੱਚ ਉਹਨੂੰ ਟਰਾਂਸਲੇਟ ਕਰਨ ਦੀ ਕੋਸ਼ਿਸ਼ ਹੈ ਤੇ ਇਸ ਤੋਂ ਇਲਾਵਾ ਉਸ ਭਾਸ਼ਾ ਵਿੱਚ ਵੀ ਟਰਾਂਸਲੇਟ ਹੋਵੇਗੀ ਇਹ ਕਿਤਾਬ ਜਿਹੜੀ ਭਾਸ਼ਾ ਦੇ ਵਿੱਚ ਪੂਰੀ ਦੁਨੀਆ ਵਿੱਚ, ਮੁਲਕ ਦੇ ਵਿੱਚ ਲੋਕ ਬਹੁਤ ਵਸਦੇ ਨੇ। ਪਰ ਇਹਨਾਂ ਸਵਾਲਾਂ ਦੇ ਵਿਚਾਲੇ ਸਵਾਲ ਇਹ ਹੈਗਾ ਕਿ 60 ਜਾਣਿਆਂ ਨੂੰ ਟਾਰਗੇਟ ਕੀਤਾ ਗਿਆ ਸੀਗਾ ਤੇ 31 ਜਾਣੇ ਜਿਹੜੇ ਉਹ ਚਾਰਜ ਸ਼ੀਟ ਵਿੱਚ ਸ਼ਾਮਲ ਹੈ ਤੇ ਉਹਨਾਂ ਵਿੱਚੋਂ 2 ਐਨਕਾਊਂਟਰ ਦੇ ਵਿੱਚ ਮਾਰੇ ਜਾ ਚੁੱਕੇ ਆ ਤੇ 4 ਜਾਣੇ ਵਿਦੇਸ਼ ਵਿੱਚ ਹੈ। ਬਾਕੀ ਸਵਾਲ ਕਿਹੜੇ ਆ? ਉਹੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਜਪਿੰਦਰਜੀਤ ਸਿੰਘ ਸਾਡੇ ਨਾਲ ਹੈ। ਜਪਿੰਦਰ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ। ਜਪਿੰਦਰ ਜੀ, ਪਹਿਲਾਂ ਤਾਂ ਉਸ ਕਿਤਾਬ ਬਾਰੇ ਤੇ ਉਹਦੇ ਅਗਲੇ ਐਡੀਸ਼ਨਸ ਬਾਰੇ ਐਡਵਾਂਸ ਵਿੱਚ ਤੁਹਾਨੂੰ ਸ਼ੁਭਕਾਮਨਾਵਾਂ। ਥੈਂਕ ਯੂ। ਜਪਿੰਦਰ ਜੀ, ਤੁਹਾਡੇ ਤੋਂ ਬਹੁਤ ਸਵਾਲ ਹੋ ਚੁੱਕੇ ਆ, ਤੁਸੀਂ ਬੜੇ ਸਵਾਲ ਕਰ ਕਰਕੇ ਕਿਤਾਬ ਲਿਖੀ ਹੈ ਜੀ। ਤੁਸੀਂ ਕਿਹੜੀ ਥਿਊਰੀ ਤੇ ਕਨਸੈਂਟਰੇਟ ਕਰ ਰਹੇ ਹੋ? ਵੀ ਕਿਹੜੀ ਥਿਊਰੀ ਇਹਦੇ ਵਿੱਚ ਇਨਵੋਲਵ ਹੈ? ਪੋਲੀਟੀਕਲ ਏਜੰਸੀਜ਼ ਜਾਂ ਉਹ ਇੰਡਸਟਰੀ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਕੰਮ ਕਰ ਰਿਹਾ ਸੀ, ਕਿਹੜੀ ਥਿਊਰੀ ਤੁਹਾਡੀ ਟੌਪ ਤੇ ਹੈ? ਸਭ ਤੋਂ ਔਖਾ ਸਵਾਲ ਤੁਸੀਂ ਸਭ ਤੋਂ ਪਹਿਲਾਂ ਪੁੱਛਿਆ। ਮੇਰਾ ਇਹ ਮੰਨਣਾ ਹੈ ਕਿ ਜੋ ਇਸ ਨੂੰ ਇਨਵੈਸਟੀਗੇਸ਼ਨ 'ਚ ਕਿਹਾ ਜਾ ਰਿਹਾ ਹੈ ਕਿ ਇਹ ਗੈਂਗ ਵਾਰ ਦਾ ਕਰਕੇ ਮਰਡਰ ਹੋਇਆ ਹੈ,
ਇਹ ਗੈਂਗਸਟਰਸ ਦਾ ਕੰਮ ਹੈ, ਮੇਰਾ ਉਹ ਮੰਨਣਾ ਨਹੀਂ ਹੈ। ਮੇਰੇ ਹਿਸਾਬ ਨਾਲ ਇਹ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੋ ਕੇ ਲਾਰੈਂਸ ਬਿਸ਼ਨੋਈ ਤੇ ਹੀ ਗੱਲ ਖਤਮ ਨਹੀਂ ਹੋ ਰਹੀ। ਇਹਦੇ ਵਿੱਚ ਕਈ ਐਸਪੈਕਟਸ ਹੈਗੇ ਨੇ, ਉਹ ਐਸਪੈਕਟਸ ਮੈਂ ਕਾਫੀ ਆਪਣੀ ਬੁੱਕ ਦੇ ਵਿੱਚ ਹਾਈਲਾਈਟ ਕੀਤੇ ਨੇ, ਬਿਕੋਜ਼ ਕਿ ਇਹ ਬਹੁਤ ਫਾਸਟ ਬੁੱਕ ਹੈ। ਅਸੀਂ 1 ਸਾਲ ਉਹਨਾਂ ਦੀ ਮਰਡਰ ਤੋਂ 1 ਸਾਲ ਦੇ ਵਿੱਚ ਹੀ ਬੁੱਕ ਕੱਢੀ ਹੈ ਅਤੇ ਹਜੇ ਕੋਰਟ ਵਿੱਚ ਚਾਰਜ ਸ਼ੀਟ ਵੀ ਨਹੀਂ ਆਈ। ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਡਾਇਰੈਕਟਲੀ ਨਹੀਂ ਕਹਿ ਸਕਦੇ। ਬਿਲਕੁਲ ਸਬ ਜੁਡਿਸ ਮੈਟਰ ਹੈ ਜੀ, ਬਿਲਕੁਲ ਯਾਰ। ਸੋ ਉਹਦੇ ਨਾਲ ਪਰ ਇਹ ਹੈ ਕਿ ਅਸੀਂ ਕਾਫੀ ਕੁਝ ਬੁੱਕ ਦੇ ਵਿੱਚ ਬਿਟਵੀਨ ਦੀ ਲਾਈਨਸ ਕਿਹਾ ਹੈ, ਤੇ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਹੈ ਉਹ ਮੈਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਮੇਰੀ ਰਿਸਰਚ ਜਾਰੀ ਹੈ। ਪਹਿਲੀ ਥਿਊਰੀ ਦੱਸ ਸਕਦੇ ਹੋ, ਫਸਟ ਥਿਊਰੀ ਜਿਹੜੀ ਤੁਹਾਨੂੰ ਲੱਗਦਾ ਕਿ ਇਹ ਥਿਊਰੀ ਆ ਜਿਹਦੇ ਤੇ ਕੰਮ ਹੋਣਾ ਚਾਹੀਦਾ? ਮੈਂ ਉਸ ਨੂੰ ਡਾਇਰੈਕਟਲੀ ਨਹੀਂ ਕਹਿ ਸਕਦਾ ਹੈਗਾ, ਬਿਕੋਜ਼ ਮੈਂ ਥੋੜਾ ਸਵਾਲ ਸੌਖਾ ਕਰ ਦਵਾਂ। ਨਹੀਂ, ਠੀਕ ਹੈ ਤੁਹਾਡਾ ਸਵਾਲ, ਕੋਈ ਗੱਲ ਨਹੀਂ। ਚਲੋ, ਜਰਨਲਿਸਟ ਕੋਲ ਪੁਲਿਸ ਵਾਲੇ ਟੂਲਸ ਨਹੀਂ ਹੁੰਦੇ ਹੈਗੇ, ਪਰ ਜੋ ਮੇਰੀ ਮੇਨ ਥਿਊਰੀ ਉਹ ਹੈ ਕਿ ਮੂਸੇਵਾਲਾ ਇੱਕ ਇਹੋ ਜਿਹਾ ਹੀਰੋ ਸੀ ਜੋ ਪੰਜਾਬ ਦੇ ਯੂਥ ਨੂੰ ਇੱਕ ਆਈਡੀਓਲੋਜੀ ਦੀ ਤਰਫ ਲੈ ਕੇ ਜਾ ਰਿਹਾ ਸੀ। ਤੇ ਜੇ ਤੁਸੀਂ ਕੋਈ ਨਵਾਂ ਹੀਰੋ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਿਛਲੇ ਹੀਰੋ ਨੂੰ ਐਲੀਮੀਨੇਟ ਕਰਨਾ ਪਏਗਾ, ਸੀਨ 'ਚੋਂ ਹਟਾਉਣਾ ਪਏਗਾ। ਹੁਣ ਇਹ ਕਿਸ ਦਾ ਕੰਮ ਹੈਗਾ? ਇਹ ਇਨਵੈਸਟੀਗੇਸ਼ਨ ਦਾ। ਚਲੋ ਜਪਿੰਦਰਜੀਤ, ਮੈਂ ਤੁਹਾਡੇ ਅੱਗੇ ਸਵਾਲ ਰੱਖਦਾ ਜੀ। ਜੇ ਪੋਲੀਟੀਕਲ ਥਿਊਰੀ ਤੁਹਾਨੂੰ ਲੱਗਦੀ ਹੈ ਤਾਂ ਉਸ ਪੋਲੀਟੀਕਲ ਥਿਊਰੀ ਦੇ ਵਿੱਚ ਇੱਕ ਇਹ ਵੀ ਹੋ ਸਕਦਾ ਕਿ ਇੱਥੇ ਸਰਕਾਰ ਨਵੀਂ ਆਈ ਸੀ ਜੀ, ਉਸ ਸਰਕਾਰ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਸੀ। ਇੱਕ ਥਿਊਰੀ ਇਹ ਵੀ ਹੈ ਕਿ ਪੰਜਾਬ ਵਿੱਚ ਹੀਰੋਸ਼ਿਪ ਹੈ ਬਹੁਤ ਵੱਡੇ ਪੱਧਰ ਤੇ ਰਹੀ ਹੈ ਵੀ ਅਸੀਂ 2 ਦਹਾਕਿਆਂ ਬਾਅਦ ਇੱਕ ਨਵਾਂ ਦੌਰ ਦੇਖਦੇ ਹਾਂ। ਬਿਲਕੁਲ। ਕਿ ਉਸ ਹੀਰੋਇਜ਼ਮ ਨੂੰ ਖਤਮ ਕਰਨ ਦੀ ਕੋਸ਼ਿਸ਼ ਸੀ ਜਾਂ ਪੂਰੇ ਮੁਲਕ ਦੇ ਵਿੱਚ ਇੱਕ ਨਵਾਂ ਹੀਰੋ ਪੇਸ਼ ਕਰਨ ਦੀ ਕੋਸ਼ਿਸ਼ ਸੀ? ਮੈਂ ਸਵਾਲ ਸੌਖਾ ਕਰ ਰਿਹਾ ਜਪਿੰਦਰ। ਤੁਹਾਡੀ ਤਿੰਨੋਂ ਗੱਲਾਂ ਠੀਕ ਨੇ। ਬਿਲਕੁਲ ਜਿਹੜੀ 2 ਦਹਾਕੇ ਵਾਲੀ ਗੱਲ ਹੈ ਇਹ ਬਹੁਤ ਹੀ ਡੀਪ ਗੱਲ ਹੈਗੀ ਹੈ, ਬਿਕੋਜ਼ ਪੰਜਾਬ ਦੀ ਸ਼ੁਰੂ ਦੀ ਹਿਸਟਰੀ 'ਚੋਂ ਕਦੀ ਵੀ 2 ਦਹਾਕੇ 20 ਸਾਲ 25 ਸਾਲ ਵਾਲਾ ਸਮਾਂ ਇਹੋ ਜਿਹਾ ਨਹੀਂ ਰਹਿੰਦਾ ਜਦੋਂ ਸ਼ਾਂਤੀ ਹੁੰਦੀ ਹੈ, ਜਾਂ ਮੈਕਸਿਮਮ ਸ਼ਾਂਤੀ 20 ਸਾਲ 25 ਸਾਲ ਹੋਏਗੀ ਤੇ ਹਮੇਸ਼ਾ ਇੱਕ ਨਵਾਂ ਹੀਰੋ ਉੱਠਦਾ ਹੈਗਾ। तो इस वक्त लेटेस्ट हीरो मूसेवाला सीगा, उस तो पहला भी कुछ उठे, उस तो बाद भी आए। सो उन्हां दे आण ते जान दे विच ही तुहाडे सवाल दा जवाब है। पर मैं होर काफ़ी कुछ हुण बुक दे विच लिखिया है ते मैं चाहांगा कि रीडर्स उस नूं पढ़ के चलो मैं होर परतां भी तुहाडे तों समझण दी कोशिश करूंगा। जी जी, क्योंकि तुसीं इन्वेस्टिगेटिव जर्नलिज्म दा हिस्सा हो ते इन्वेस्टिगेटिव जर्नलिज्म इस वक्त साडे कोले बहुत घट सामने आ रही है। ਜਪਿੰਦਰ, ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਅਟਰੈਕਟ ਕੀਤੀ ਵੀ ਹਾਂ ਮੈਂ ਸਿੱਧੂ ਮੂਸੇਵਾਲੇ ਦੇ ਮਰਡਰ ਤੇ ਮੈਂ ਕਿਤਾਬ ਲਿਖਣਾ ਚਾਹੁੰਦਾ? ਮੇਰਾ ਸਵਾਲ ਇਸ ਕਰਕੇ ਹੈ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਉਸ ਕੇਸ ਨੂੰ ਹਾਈਲਾਈਟ ਕੀਤਾ ਜਿਸ ਕੇਸ ਬਾਰੇ ਸ਼ਾਇਦ ਅਸੀਂ ਨਹੀਂ ਜਾਣਦੇ ਸੀ, ਜੱਸੀ ਮਿੱਠੂ ਹੋਰਾਂ ਦਾ ਕੇਸ। ਜੀ ਜੀ, ਜੱਸੀ ਮਰਡਰ ਕੇਸ। ਹਾਂ, ਜੱਸੀ ਮਰਡਰ ਕੇਸ। ਫਿਰ ਤੁਹਾਡਾ ਇੱਕ ਉਹ ਰੂਪ ਵੀ ਹੈ ਜਿਹਦੇ ਵਿੱਚ ਇੱਕ ਸੌਫਟ ਹਾਰਟ ਹੁੰਦਾ, ਕਵਿਤਾਵਾਂ, ਪੋਇਮਸ ਜਿੰਦੀ ਤੁਸੀਂ ਜ਼ਿਕਰ ਕਰਦੇ ਹੋ। ਜੀ ਜੀ, ਸ਼ਾਰਟ ਸਟੋਰੀ। ਇਹ 2 ਚੀਜ਼ਾਂ ਇਕੱਠੀਆਂ ਕਿਵੇਂ ਹੁੰਦੀਆਂ? ਐਕਚੁਅਲੀ ਜਦੋਂ ਤੁਸੀਂ ਕ੍ਰਾਈਮ ਰਿਪੋਰਟਰ ਹੁੰਦੇ ਹੋ ਨਾ ਤਾਂ ਜਿੰਨਾ ਵੀ ਦੁਨੀਆ 'ਚ ਕ੍ਰਾਈਮ ਹੈ ਉਹ ਇਮੋਸ਼ਨਸ ਦੇ ਬੇਸ ਤੇ ਹੈ। ਇਮੋਸ਼ਨਸ ਹੈ, ਗਰੀਡ ਵੀ ਹੈ, ਗਰੀਡ ਵੀ ਪੈਸੇ ਦੇ ਲਾਲਚ ਕਰਕੇ ਵੀ ਕ੍ਰਾਈਮ ਹੁੰਦਾ, ਪਰ ਬਹੁਤ ਸਾਰਾ ਕ੍ਰਾਈਮ 90% ਇਮੋਸ਼ਨਸ ਫੀਲਿੰਗਸ ਤੋਂ ਹੁੰਦਾ। ਸੋ ਕ੍ਰਾਈਮ ਰਿਪੋਰਟਰ ਸਾਰੇ ਸੋਸਾਇਟੀ ਦੇ ਅੰਡਰਬੈਲੀ ਨੂੰ ਦੇਖ ਰਿਹਾ ਹੈ, ਇੱਕ ਇਮੋਸ਼ਨਸ ਦੀ ਐਕਸਟ੍ਰੀਮ ਨੂੰ ਦੇਖਦਾ ਹੈਗਾ, ਪੋਜੈਸਿਵਨੈਸ ਦੀ ਐਕਸਟ੍ਰੀਮ ਨੂੰ ਦੇਖਦਾ ਹੈ, ਗਰੀਡੀਨੈਸ ਦੀ ਐਕਸਟ੍ਰੀਮ ਨੂੰ ਦੇਖਦਾ ਹੈ। ਸੋ ਇਹ ਇੱਕ ਕ੍ਰਾਈਮ ਰਿਪੋਰਟਰ ਸਕਸੈਸਫੁਲ ਤਾਂ ਮੈਂ ਨਹੀਂ ਕਹਾਂਗਾ, ਪਰ ਤੁਸੀਂ ਤਾਂ ਹੀ ਇੱਕ ਅੱਛਾ ਕ੍ਰਾਈਮ ਰਿਪੋਰਟਰ ਬਣ ਸਕਦੇ ਹੋ ਜੇ ਤੁਸੀਂ ਸੈਂਸਿਟਿਵ ਹੋ। ਸੈਂਸਿਟਿਵ ਕਿ ਸੋਸਾਇਟੀ 'ਚ ਚੇਂਜ ਨਾਲ ਕਿੱਦਾਂ ਦਾ ਕ੍ਰਾਈਮ ਹੋ ਗਿਆ, ਜਾਂ ਸੋਸਾਇਟੀ 'ਚ ਕਿਹੜੀਆਂ ਸ਼ਾਰਟਕਮਿੰਗਸ ਨੇ ਜਿਸ ਕਰਕੇ ਕ੍ਰਾਈਮ ਹੋ ਰਿਹਾ ਹੈ, ਰਿਲੇਸ਼ਨਸ਼ਿਪਸ ਦੇ ਨਵੇਂ ਕੀ ਚੈਲੰਜਸ ਹੈ ਜਿਸ ਕਰਕੇ ਕ੍ਰਾਈਮ ਹੋ ਰਿਹਾ ਹੈ। ਐਂਡ ਸਿਮਿਲਰਲੀ ਇਹਨਾਂ ਚੀਜ਼ਾਂ ਦੀ ਸੈਂਸਿਟੀਵਿਟੀਜ਼ ਨੂੰ ਸਮਝੋਗੇ ਤਾਂ ਹੀ ਤੁਸੀਂ ਇੱਕ ਸੀਰੀਅਸ ਰਾਈਟਿੰਗ ਕਰ ਸਕਦੇ ਹੋ। ਤੇ ਪੋਇਟਰੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਤੁਹਾਨੂੰ 1000 ਵਰਡ ਲਿਖਣ ਦੀ ਲੋੜ ਨਹੀਂ ਹੈਗੀ, ਤੁਸੀਂ 2 ਲਾਈਨਾਂ ਦੇ ਵਿੱਚ ਹੀ ਬਹੁਤ ਕੁਝ ਕਹਿ ਜਾਂਦੇ ਹੋ। ਮੈਂ ਹੁਣ ਤੱਕ ਆਪਣੀ ਲਾਈਫ ਦੇ ਵਿੱਚ 2 ਜਰਨਲਿਸਟ ਨੂੰ ਮਿਲਿਆ ਜਿਹੜੇ ਕਵਿਤਾਵਾਂ ਵੀ ਲਿਖਦੇ ਆ ਤੇ ਕ੍ਰਾਈਮ ਜਰਨਲਿਜ਼ਮ ਦੇ ਵਿੱਚ ਵੀ ਉਹਨਾਂ ਦੀ ਮਹਾਰਤ ਹੈ। ਇੱਕ ਬਲਜੀਤ ਪਰਮਾਰ ਤੇ ਦੂਜੇ ਜਪਿੰਦਰਜੀਤ ਸਿੰਘ। ਜੀ ਜੀ, ਉਹ ਤਾਂ ਬਹੁਤ ਵੱਡਾ ਨਾਮ ਹੈ ਬਲਜੀਤ ਪਰਮਾਰ ਜੀ ਦਾ, ਜੋ ਮੁੰਬਈ ਮਾਫੀਆ ਤੇ ਉਹਨਾਂ ਨੇ ਕੰਮ ਕੀਤਾ। ਮੈਂ ਬੜਾ ਫੈਨ ਆ ਜੀ ਉਹਨਾਂ ਦਾ, ਤੇ ਉਹ ਵੀ ਕਵਿਤਾਵਾਂ ਲਿਖਦੇ ਆ। ਜੀ ਬਿਲਕੁਲ, ਉਹਨਾਂ ਦੀ ਪੋਇਟਰੀ ਵੀ ਬੜੀ ਮਸ਼ਹੂਰ ਹੈ। ਮੈਂ ਤੁਹਾਡੇ ਤੋਂ ਜਿਹੜੀ ਚੀਜ਼ ਸਮਝਣਾ ਚਾਹ ਰਿਹਾ ਜਪਿੰਦਰ, ਜਿਹੜਾ ਪੰਜਾਬ ਨੂੰ ਮਨਫੀ ਕਰਨ ਦੀ ਕੋਸ਼ਿਸ਼ ਸੀਗੀ ਕਿ ਪੰਜਾਬ ਉਸ ਸੀਨ 'ਚੋਂ ਆਊਟ ਰਵੇ ਹੀਰੋਇਜ਼ਮ ਵਾਲੇ 'ਚ, ਤੁਹਾਨੂੰ ਇਹੋ ਲੱਗਦਾ ਇਸ ਥਿਊਰੀ ਵਿੱਚ, ਜਾਂ ਸਿੱਧੂ ਮੂਸੇਵਾਲੇ ਨੂੰ ਸਿਰਫ ਅਸੀਂ ਮਿਊਜ਼ਿਕ ਇੰਡਸਟਰੀ ਤੱਕ ਸੀਮਤ ਰੱਖ ਕੇ ਦੇਖੀਏ? ਐਕਚੁਅਲੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਵੱਡਾ ਰੋਲ ਹੈ ਨਾ, ਪਰ ਉਹਦੇ ਵਿੱਚ ਹੋਰ ਵੀ ਫੈਸਟਸ ਹੈਗੇ ਨੇ। ਜਦੋਂ ਮੈਂ ਜਿਵੇਂ ਤੁਸੀਂ ਪੁੱਛਿਆ ਸੀ ਕਿ ਤੁਸੀਂ ਕਿਵੇਂ ਇਸ ਕਿਤਾਬ ਬਾਰੇ ਕਿਵੇਂ ਸੋਚਿਆ ਇਸ ਬਾਰੇ,
ਸੋ ਮੇਰੀ ਐਂਟਰੀ ਬੇਸਿਕਲੀ 29 ਮਈ ਨੂੰ ਹੁੰਦੀ ਹੈ ਜਿੱਦਣ ਮਰਡਰ ਹੁੰਦਾ ਹੈ। ਸੋ ਮੈਂ ਪੰਜਾਬ ਦਾ ਕ੍ਰਾਈਮ ਕਵਰ ਕਰਦਾ, ਦ ਟ੍ਰਿਬਿਊਨ ਮੇਰਾ ਅਖਬਾਰ ਹੈਗਾ। ਸੋ ਉਹਦੇ ਵਿੱਚ ਮੇਰੀ ਜ਼ਿੰਮੇਵਾਰੀ, ਜਿਹੜਾ ਵੱਡਾ ਕ੍ਰਾਈਮ ਹੋਏਗਾ ਮੇਰੀ ਜੌਬ ਹੈਗੀ ਉਸ ਨੂੰ ਕਵਰ ਕਰਨਾ ਜਾਂ ਉਸ ਦੀ ਰਿਪੋਰਟਿੰਗ ਨੂੰ ਸੁਪਰਵਾਈਜ਼ ਕਰਨਾ। ਸੋ ਉਸ ਦਿਨ ਤੋਂ ਮੈਂ ਉਸ ਦੀ ਸ਼ੁਰੂਆਤ ਕੀਤੀ। ਅਤੇ ਜਦੋਂ ਸਿੱਧੂ ਮੂਸੇਵਾਲਾ ਜੀ ਦੇ ਫਾਦਰ ਨੇ ਜਿਹੜੇ ਲੋਕ ਇੰਨਾ ਇੱਕ ਦਰਿਆ ਆਇਆ ਹੋਇਆ ਸੀ ਲੋਕਾਂ ਦਾ ਮੂਸੇਵਾਲਾ ਨੂੰ ਆਪਣੀ ਲਾਸਟ ਰਿਸਪੈਕਟ ਦੇਣ ਲਈ, ਅਤੇ ਜਿਹੜੀ ਉਹਨਾਂ ਨੇ ਆਪਣੀ ਪਗੜੀ ਉਤਾਰ ਕੇ ਉਹਨਾਂ ਨੇ ਇੱਕ ਤਰ੍ਹਾਂ ਦਾ ਸ਼ੁਕਰੀਆ ਕੀਤਾ ਕਿ ਤੁਸੀਂ ਮੇਰੇ ਦੁੱਖ 'ਚ ਸ਼ਾਮਿਲ ਹੋਏ ਹੈਗੇ ਹੋ। ਸੋ ਉਹ ਸੀਨ ਨੇ ਮੈਨੂੰ ਰਾਤ ਨੂੰ ਸੌਣ ਨਹੀਂ ਦਿੱਤਾ। ਮੈਨੂੰ ਲੱਗਿਆ ਯਾਰ ਕਿ ਇਹ ਇੱਥੇ ਕੁਝ ਹੋਰ ਹੈ। ਇਹ ਇੱਕ ਫਾਦਰ ਅਤੇ ਸਨ ਦਾ ਰਿਲੇਸ਼ਨਸ਼ਿਪ, ਇਹੋ ਜਿਹਾ ਫਾਦਰ ਇਹੋ ਜਿਹਾ ਸਨ ਜੋ ਉਹਨੇ ਗੀਤਾਂ 'ਚ ਵੀ ਕਿਹਾ। ਸੋ ਉੱਥੋਂ ਮੇਰੀ ਕਿਉਰਿਓਸਿਟੀ ਹੋਈ ਸੀਗੀ ਐਂਡ ਉਸ ਨੂੰ ਮੈਂ ਲਿਖਣ ਦੀ, ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀਗੀ। ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਂ ਇਸ ਨੂੰ ਰਿਪੋਰਟ ਵੀ ਕਰਦਾ ਰਿਹਾ ਨਾ, ਤਾਂ ਹਰ ਰਿਪੋਰਟਿੰਗ ਦੇ ਵਿੱਚ ਨਵੀਂ ਲੇਅਰ ਆਉਂਦੀ ਸੀਗੀ। ਇੱਕ ਨਵੀਂ ਲੇਅਰ ਇਹੋ ਜਿਹੀ ਆ ਰਹੀ ਸੀ ਜੋ ਮੈਨੂੰ ਬਾਰ-ਬਾਰ ਇਹ ਕਹਿ ਰਹੀ ਸੀ ਕਿ ਇਹ ਇਕੱਲੇ ਮੂਸੇਵਾਲਾ ਦੀ ਕਹਾਣੀ ਨਹੀਂ, ਇਹ ਪੰਜਾਬ ਦੀ ਕਹਾਣੀ ਹੈ। ਇਹ ਪੰਜਾਬ ਦਾ ਇੱਕ ਐਂਬਲੇਮੈਟਿਕ ਹੈਗੀ ਹੈ ਜਿਹੜੀ ਉਸਦੀ ਕਹਾਣੀ। ਜਿਵੇਂ ਉਹਦਾ ਰਾਈਜ਼ ਹੋਇਆ ਪੰਜਾਬ ਦੇ ਵਿੱਚ, ਉਸ ਟਾਈਮ ਰਾਈਜ਼ ਹੋਇਆ ਜਦੋਂ ਅਸੀਂ ਡਰੱਗ ਸਮੱਸਿਆ, ਸੈਕਰੀਲੇਜ ਇਨਸੀਡੈਂਟਸ, ਬੇਅਦਬੀ ਕਾਂਡ ਤੋਂ ਨਵੀਆਂ ਸਰਕਾਰਾਂ ਆ ਰਹੀਆਂ ਨੇ, ਕਾਂਗਰਸ ਆ ਗਈ, ਅਕਾਲੀ 10 ਸਾਲ ਤੋਂ ਰਾਜ ਤੋਂ ਬਾਅਦ, ਫਿਰ ਆਪ ਆ ਰਹੀ ਹੈ, ਆਪ ਦਾ ਰਾਈਜ਼ ਹੋ ਰਿਹਾ, ਫਿਰ ਫਾਰਮਰ ਐਜੀਟੇਸ਼ਨ ਆ ਰਹੇ ਹੈ, ਫਿਰ ਸਡਨਲੀ ਪੰਜਾਬ 'ਚ ਗੈਂਗਸਟਰ ਵੱਧ ਰਹੇ ਨੇ। ਮੈਨੂੰ ਯਾਦ ਹੈ, ਤੁਸੀਂ ਤਾਂ ਆਪਾਂ ਆਈ ਥਿੰਕ ਇੱਕ ਵਾਰੀ ਉਸ 'ਤੇ ਪ੍ਰੋਗਰਾਮ ਵੀ ਕੀਤਾ ਸੀ ਕਿ ਪੰਜਾਬ 'ਚ 2015-16 ਦੇ ਵਿੱਚ 57 ਗੈਂਗ ਸੀ ਅਤੇ 500 ਗੈਂਗ ਮੈਂਬਰ ਸੀ, ਅਤੇ ਹੁਣ ਉੱਥੇ 500 ਗੈਂਗ ਹੈ ਅਤੇ 2000 ਗੈਂਗ ਮੈਂਬਰ ਹੈ, ਅਤੇ ਸਿਰਫ 2 ਗੈਂਗਸਟਰਸ ਲਾਰੈਂਸ ਬਿਸ਼ਨੋਈ ਅਤੇ ਭਗਵਾਨਪੁਰੀਆ ਦੇ 4000 ਹਾਈਡ ਆਊਟਸ ਹੈ। ਇਹ ਪੁਲਿਸ ਦਾ ਪ੍ਰੈਸ ਨੋਟ ਹੈ, ਇਹ ਮੇਰਾ ਕਲੇਮ ਨਹੀਂ ਹੈਗਾ। ਸੋ ਤੁਸੀਂ ਦੇਖੋ ਕਿ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਫੈਲੀਆਂ, ਅਤੇ ਉਹਦੇ ਵਿੱਚ ਇੱਕ ਸਿੱਧੂ ਮੂਸੇਵਾਲਾ ਦਾ ਰਾਈਜ਼ ਹੋਣਾ, ਅਤੇ ਫਿਰ ਉਹਦੀ ਰਾਈਵਲਰੀਜ਼ ਹੋਣੀਆਂ, ਉਸ ਤੋਂ ਰੈਂਸਮ ਮੰਗਿਆ ਜਾਣਾ, ਉਹਦੀ ਓਪਨ ਫਾਈਟ ਹੋਣੀ, ਐਂਡ ਕੀ ਉਹਦਾ ਮਤਲਬ ਇਹ ਡਾਇਰੈਕਟਲੀ ਕਰਦਾ ਕਿ ਜਿਹੜਾ ਉਸ ਦਾ ਮਰਡਰ ਹੋਇਆ ਉਹਦੇ 'ਚ ਮਿਊਜ਼ਿਕ ਇੰਡਸਟਰੀ ਦੀ ਰਾਈਵਲਰੀ, ਗੈਂਗਸਟਰਸ ਦਾ ਰਾਈਜ਼, ਇਹ ਸਾਰਾ ਕੁਝ ਉਹਦੇ ਵਿੱਚ ਹੈਗਾ। ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈਂਦਾ ਜੀ। ਹੋ ਸਕਦਾ ਜਪਿੰਦਰਜੀਤ ਹਰਾਂ ਨੂੰ ਕੁਝ ਸਵਾਲ ਮੇਰੇ ਤੰਗ ਵੀ ਕਰਨ, ਪਰ ਇਹ ਸਵਾਲ ਤੁਹਾਡੇ ਲਈ ਪੁੱਛ ਰਿਹਾ। ਜਪਿੰਦਰਜੀਤ ਹਰਾਂ ਨੇ ਬੜੇ ਸਵਾਲ ਕੀਤੇ ਹੋਣਗੇ ਜਦੋਂ ਇਹ ਕਿਤਾਬ ਲਿਖੀ ਹੈ, ਅਗਲੇ ਐਡੀਸ਼ਨ ਵੀ ਆਉਣਗੇ, ਉਹਨਾਂ ਵਿੱਚ ਵੀ ਬੜੇ ਸਵਾਲ ਹੋਣਗੇ, ਪਰ ਜੇ ਅੱਜ ਇਹ ਸਵਾਲ ਨਾ ਪੁੱਛੋਗੇ ਫਿਰ ਤੁਸੀਂ ਕਹੋਗੇ ਇੰਟਰਵਿਊ ਅਧੂਰੀ ਆ। ਇੰਟਰਵਿਊ ਅਧੂਰੀ ਨਹੀਂ ਛੱਡਦੇ, ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਜਪਿੰਦਰਜੀਤ, ਇਹ ਸਵਾਲ ਸ਼ਾਇਦ ਤੁਹਾਨੂੰ ਨਾ ਪੁੱਛਿਆ ਗਿਆ ਹੋਵੇ, ਮੈਂ ਪੁੱਛ ਰਿਹਾ। ਸਾਰੇ ਸਿੱਧੂ ਮੂਸੇਵਾਲੇ ਦੇ ਫੇਮ ਨੂੰ ਕੈਸ਼ ਕਰਨ ਵਿੱਚ ਲੱਗੇ ਹੋਏ, ਤੁਸੀਂ ਉਸ ਦਾ ਹਿੱਸਾ ਤਾਂ ਨਹੀਂ? ਹਾਂ, ਇਹ ਕੁਐਸਚਨ ਮੇਰੇ ਉੱਤੇ ਸੀਗਾ। ਮੇਰੇ ਤੇ ਐਕਚੁਅਲੀ ਕਿਤਾਬ ਲਿਖਣ ਵੇਲੇ ਨਾ ਤੁਸੀਂ ਐਕਚੁਅਲੀ ਚੰਗਾ ਕੀਤਾ ਕਿ ਮੇਰੇ ਤੋਂ ਇਹ ਸਵਾਲ ਪੁੱਛਿਆ। ਮੈਂ ਕਹਿ ਰਿਹਾ ਸੀ ਕਿ ਮੇਰੇ ਤੋਂ ਕੋਈ ਵੀ ਪੁੱਛੇ। ਮੈਨੂੰ ਇੱਕ ਤਾਂ ਮੈਂ ਇਸ ਤੋਂ ਪਹਿਲਾਂ ਭਗਤ ਸਿੰਘ ਜੀ ਦੀ ਪਿਸਤੌਲ ਲੱਭੀ 2016 ਵਿੱਚ, ਅਤੇ ਮੈਂ ਉਸ 'ਤੇ ਕਿਤਾਬ ਲਿਖੀ, ਐਂਡ ਉਸ ਤੋਂ ਕਿਤਾਬ ਤੋਂ ਬਾਅਦ ਲਿਖਣ ਤੋਂ ਬਾਅਦ ਤੁਸੀਂ ਸਿੱਧੂ ਮੂਸੇਵਾਲਾ 'ਤੇ ਕਿਤਾਬ ਲਿਖਣੀ। ਭਗਤ ਸਿੰਘ ਦਾ ਇੱਕ ਹੋਰ ਆਈਡੀਓਲੋਜੀ ਹੈ, ਸਿੱਧੂ ਮੂਸੇਵਾਲਾ ਦੀ ਇੱਕ ਹੋਰ ਆਈਡੀਓਲੋਜੀ। ਉਹਨਾਂ ਦੋਵਾਂ ਨੂੰ ਮੈਂ ਕਿਵੇਂ ਆਪਣੇ ਆਪ ਨੂੰ ਕਿਵੇਂ ਜਸਟੀਫਾਈ ਕਰਾਂਗਾ। ਅਤੇ ਦੂਜਾ ਜਿਹੜਾ ਤੁਸੀਂ ਇਹ ਵਾਲੀ ਗੱਲ ਕਹਿ ਰਹੇ ਹੈਗੇ ਹੋ, ਕਿਉਂਕਿ ਉਹਨਾਂ ਦਾ ਜਿਹੜਾ ਗਾਣਾ ਹੈ 295, ਉਹ ਗਾਣੇ ਨੇ ਮੈਨੂੰ ਸਿੱਧੂ ਮੂਸੇਵਾਲਾ ਦਾ ਫੈਨ ਬਣਾਇਆ, ਪਰ ਉਹਨਾਂ ਦੇ ਮਰਡਰ ਤੋਂ ਬਾਅਦ ਜਦੋਂ ਮੈਂ ਉਸ ਗਾਣੇ ਨੂੰ ਬਾਰ-ਬਾਰ ਸੁਣਿਆ ਅਤੇ ਸਮਝਿਆ। ਮੇਰਾ ਅਗਲਾ ਸਵਾਲ ਇਹੀ ਸੀਗਾ ਜੀ। ਅਤੇ ਉਸ ਗਾਣੇ ਦਾ ਐਕਚੁਅਲੀ ਹਰ ਕਪਲੈਟ ਨਾ ਇੱਕ ਸਟੇਟਮੈਂਟ ਹੈ, ਇੱਕ ਕਿਤਾਬ ਹੈ, ਜਿਹੜਾ ਹਰ ਕਪਲੈਟ ਉਸ ਗਾਣੇ ਦਾ ਉਹ ਪੰਜਾਬ ਦੇ ਕਿਸੇ ਨਾ ਕਿਸੇ ਇਸ਼ੂ 'ਤੇ ਸਟਾਇਰ ਹੈ, ਸੋਸ਼ਲ ਸਟਾਇਰ ਹੈ, ਸਟੇਟਮੈਂਟ ਹੈ। ਉਹਦੇ 'ਚ ਇੱਕ ਇਹ ਵੀ ਹੈ ਕਿ ਕਈ ਤੇਰੇ ਨਾਂ 'ਤੇ ਚਾਂਦੀ ਚਮਕਾਉਣਾ ਚਾਹੁੰਦੇ ਨੇ। ਸੋ ਮੈਨੂੰ ਵੀ ਇਹ ਸੀਗਾ ਕਿ ਯਾਰ ਅਸੀਂ ਕੀ ਕਰ ਰਹੇ ਹਾਂ, ਕਿ ਮੈਂ ਕਿਉਂ ਇਹ ਕਿਤਾਬ ਲਿਖ ਰਿਹਾ ਹੈਗਾ। ਜਦੋਂ ਆਪਾਂ ਕਿਤਾਬ ਲਿਖਦੇ ਹਾਂ ਨਾ, ਜਦੋਂ ਆਪਾਂ ਰਿਸਰਚ ਕਰਨ ਲੱਗਦੇ ਹਾਂ, ਆਪਾਂ ਨੂੰ ਕੁਛ ਨਹੀਂ ਪਤਾ ਹੁੰਦਾ ਵੀ ਇਹ ਕਿਤਾਬ ਛਪੇਗੀ ਕਿ ਨਹੀਂ, ਇਸ ਕਿਤਾਬ ਤੋਂ ਮੈਨੂੰ ਕੋਈ ਪ੍ਰੋਫਿਟ ਹੋਏਗਾ ਕਿ ਨਹੀਂ। ਅਤੇ ਪਬਲਿਸ਼ਿੰਗ ਇੰਡਸਟਰੀ ਤੁਹਾਨੂੰ ਪਤਾ ਹੀ ਹੈ, ਰਾਈਟਰਸ ਨੂੰ ਕੁਛ ਨਹੀਂ ਮਿਲਦਾ ਹੁੰਦਾ। ਪਰ ਉਹ ਕਿਤਾਬ ਜੇ ਮੈਂ ਨਹੀਂ ਲਿਖਾਂਗਾ ਤਾਂ ਮੈਂ ਜੋ ਮੇਰੀ ਜ਼ਿੰਮੇਵਾਰੀ ਹੈ ਐਜ਼ ਅ ਸੋਸ਼ਲ ਅਬਜ਼ਰਵਰ, ਉਹ ਮੈਂ ਪੂਰੀ ਨਹੀਂ ਕਰ ਰਿਹਾ ਹੈਗਾ। ਮੈਂ ਇੱਕ ਟ੍ਰਿਬਿਊਨ ਅਖਬਾਰ ਦਾ ਨੁਮਾਇੰਦਾ, ਮੇਰੇ ਕੋਲ ਉਹ ਸਾਰੇ ਰਿਸੋਰਸਿਸ ਹੈ ਕਿ ਮੈਂ ਇਨਵੈਸਟੀਗੇਟ ਕਰ ਸਕਾਂ। ਮੈਂ ਦਿੱਲੀ ਵਾਲਿਆਂ ਨੂੰ ਵੀ ਕੁਐਸਚਨ ਕਰ ਸਕਦਾ, ਪੁਲਿਸ ਨੂੰ, ਮੇਰਾ ਉੱਥੇ ਵੀ ਐਕਸੈਸ ਹੈ, ਮੇਰਾ ਪੰਜਾਬ ਪੁਲਿਸ 'ਚ ਵੀ ਐਕਸੈਸ ਹੈ, ਮੇਰਾ ਏਜੰਸੀ 'ਚ ਐਕਸੈਸ ਹੈ। ਮੈਨੂੰ 27 ਸਾਲ ਦਾ ਐਕਸਪੀਰੀਅੰਸ ਹੋ ਗਿਆ। ਜੇ ਮੈਂ 27 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਇਹ ਕਿਤਾਬ ਨਹੀਂ ਲਿਖਾਂਗਾ, ਹੈ ਨਾ, ਐਂਡ ਸਪੈਸ਼ਲੀ ਬਿਕੋਜ਼ ਮੈਂ ਪੰਜਾਬ ਦੇ ਸੋਸ਼ੋ ਕਲਚਰਲ ਇਸ਼ੂਜ਼ ਨੂੰ ਰਿਪੋਰਟ ਕਰਦਾ ਆ ਰਿਹਾ। ਯਾਦ ਹੈ ਤੁਹਾਨੂੰ, ਫਾਰਮਰਸ ਐਜੀਟੇਸ਼ਨ ਦੇ ਉੱਤੇ ਇੱਕੋ ਹੀ ਸਟੋਰੀ ਚੱਲੀ ਹੈ, ਉਹ ਜਿਹੜੀ ਮੇਰੀ ਸਟੋਰੀ ਸੀ, ਜਿਹੜੀ ਉਹ ਜਿਹੜੇ ਨਿਹੰਗ ਬਾਬਾ ਸੀਗੇ ਉਹਨਾਂ ਦੀ ਮੀਟਿੰਗ ਹੋਈ ਹੈ ਬੀਜੇਪੀ ਲੀਡਰਸ ਦੇ ਨਾਲ। ਸੋ ਉਸ ਸਟੋਰੀ ਨੇ ਹੀ ਪੂਰੇ ਫਾਰਮ ਐਜੀਟੇਸ਼ਨ ਨੂੰ ਚੇਂਜ ਕਰ ਦਿੱਤਾ। ਸੋ ਐਵੇਂ ਦੀ ਬਹੁਤ ਗੱਲਾਂ ਨੇ,
ਸੋ ਮੈਨੂੰ ਲੱਗ ਰਿਹਾ ਸੀ ਕਿ ਮੈਂ ਇਸ ਚੀਜ਼ ਨੂੰ ਜਸਟਿਸ ਨਹੀਂ ਕਰ ਪਾਵਾਂਗਾ, ਮੈਂ ਆਪਣੇ ਆਪ ਨਾਲ ਜਸਟਿਸ ਨਹੀਂ ਕਰ ਪਾ ਰਿਹਾ ਜੇ ਮੈਂ ਇਹ ਕਿਤਾਬ ਨਹੀਂ ਲਿਖ ਰਿਹਾ। ਇਹ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਤੁਹਾਨੂੰ ਇਸ ਕਿਤਾਬ ਤੋਂ ਤੁਸੀਂ ਪੈਸੇ ਮਿਲਣਗੇ ਕਿ ਨਹੀਂ, ਜਾਂ ਤੁਸੀਂ ਕੀ ਕਰੋਗੇ। ਸੋ ਇਹ ਉਦੋਂ ਨਹੀਂ ਗੱਲਾਂ ਹੁੰਦੀਆਂ। ਪਹਿਲਾਂ ਜਿਹੜੇ ਤੁਹਾਡੇ ਦਿਲ ਦੀ ਅੱਗ ਹੁੰਦੀ ਹੈ ਨਾ, ਤੁਸੀਂ ਉਸ ਨੂੰ ਸ਼ਾਂਤ ਕਰਦੇ ਹੋ ਲਿਖ ਕੇ। ਤੁਹਾਨੂੰ ਪਤਾ ਸੀ ਇਸ ਕਿਤਾਬ ਦੀ ਇੰਨੀ ਚਰਚਾ ਹੋਊਗੀ? ਨਹੀਂ ਜੀ, ਮੈਨੂੰ ਬਿਲਕੁਲ ਨਹੀਂ ਸੀ ਪਤਾ। ਤੁਹਾਨੂੰ ਪਤਾ ਸੀ ਇਸ ਇੰਟਰਵਿਊ ਵਿੱਚ ਤੁਸੀਂ ਆਓਗੇ? ਨਹੀਂ, ਐਬਸੋਲੂਟਲੀ ਨੋ ਆਈਡੀਆ। ਇਨਫੈਕਟ ਪਿਛਲੀ ਕਿਤਾਬਾਂ ਦੇ ਵਿੱਚ ਤਾਂ ਮੈਂ ਇੱਕ ਦੋ ਵਾਰੀ ਤੁਹਾਨੂੰ ਵੀ ਫਰੈਂਡਸ ਨੂੰ ਰਿਕੁਐਸਟ ਕੀਤੀ ਹੈ ਕਿ ਮੇਰੀ ਬੁੱਕ 'ਚ ਮੇਰੀ ਹੈਲਪ ਕਰੋ, ਪਰ ਇਸ ਕਿਤਾਬ ਨੇ, ਤੁਹਾਨੂੰ ਪਤਾ ਮੈਂ ਕਿਤਾਬ ਦਾ ਲਾਂਚ ਫੰਕਸ਼ਨ ਹੀ ਨਹੀਂ ਕੀਤਾ ਹੈਗਾ। ਅਸੀਂ ਕਿਤਾਬ ਨੂੰ ਪਬਲਿਸ਼ਰ ਨੇ ਐਮਾਜ਼ਨ ਤੇ ਪਾਈ ਹੈ ਤੇ ਉਦੋਂ ਦੀ ਕਿਤਾਬ ਚੱਲ ਰਹੀ। ਮੂਸੇਵਾਲਾ ਦੇ ਫੈਨਸ ਉਸ ਕਿਤਾਬ ਨੂੰ ਚਲਾ ਰਹੇ ਨੇ। ਐਂਡ ਇਨਫੈਕਟ ਉਸ ਕਿਤਾਬ ਤੋਂ ਬਾਅਦ ਮੈਨੂੰ ਰਿਅਲਾਈਜ਼ ਹੋਇਆ ਕਿ ਮੂਸੇਵਾਲਾ ਕਿਸ ਚੀਜ਼ 'ਚੋਂ ਗੁਜ਼ਰ ਰਿਹਾ ਸੀ। ਜੋ ਉਸ ਨੂੰ ਕਮੈਂਟ ਆਉਂਦੇ ਸੀ ਨਾ, ਉਹਨਾਂ ਦਾ ਗਾਣਾ ਆਉਂਦਾ ਸੀਗਾ, ਉਹ ਗਾਣੇ 'ਚ 10 ਬੰਦੇ ਚੰਗੀ ਗੱਲ ਕਰਦੇ ਸੀ, 2 ਬੰਦੇ ਗਾਲਾਂ ਵੀ ਕੱਢ ਦਿੰਦੇ ਸੀ, ਤੂੰ ਗਨ ਕਲਚਰ ਹੈ, ਇਹ ਐਂਡ ਐਵਰੀਥਿੰਗ। ਸੋ ਜਦੋਂ ਤੁਹਾਨੂੰ ਚਾਹੇ 1000 ਚੰਗੇ ਕਮੈਂਟ ਆ ਜਾਣ, ਤੁਹਾਨੂੰ ਇੱਕ ਗੰਦਾ ਕਮੈਂਟ ਆ ਜਾਏ ਨਾ, ਤੁਹਾਨੂੰ ਉਹ ਰਾਤ ਭਰ ਸੌਣ ਨਹੀਂ ਦਿੰਦਾ ਹੈਗਾ। ਸੋ ਮੈਨੂੰ ਵੀ ਆਏ ਨੇ ਕਿਤਾਬ ਛਪਣ ਤੋਂ ਬਾਅਦ। ਮੈਨੂੰ ਮੇਰਾ ਸਵਾਲ ਪਰੇਸ਼ਾਨ ਤਾਂ ਨਹੀਂ ਕਰ ਰਿਹਾ? ਨੋ ਐਬਸੋਲੂਟਲੀ ਨਹੀਂ ਜੀ। ਇਨਫੈਕਟ ਬਿਲਕੁਲ ਵੀ ਨਹੀਂ ਪਰੇਸ਼ਾਨ ਕਰ ਰਿਹਾ। ਸੋ ਚੰਗਾ ਹੈ ਤੁਸੀਂ ਮੈਨੂੰ ਪੁੱਛ ਲਿਆ, ਕੋਈ ਇਹ ਗੱਲ ਮੈਂ ਕਿਸੇ ਇੰਟਰਵਿਊ 'ਚ ਕਰ ਨਹੀਂ ਪਾਇਆ ਹੈਗਾ। ਤੋ ਇਹ ਮਤਲਬ ਮੂਸੇਵਾਲਾ ਦੀ ਲਾਈਫ ਬਹੁਤ ਟਫ ਸੀ। ਚਲੋ ਇੱਕ ਸਵਾਲ ਮੈਂ ਹੋਰ ਕਰਦਾ, ਸ਼ਾਇਦ ਇਹ ਵੀ ਨਾ ਹੋਇਆ ਹੋਵੇ ਸਵਾਲ ਤੋਂ। ਜੀ। ਸਿੱਧੂ ਮੂਸੇਵਾਲੇ ਦੇ ਕੇਸ ਬਾਰੇ ਜਿੰਨੇ ਵੀ ਜੋ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਜਰਨਲਿਸਟ ਹੋ, ਪਰ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਇਸ ਦੀ ਇਨਵੈਸਟੀਗੇਟਿੰਗ ਕਰ ਰਹੇ ਸੀਗੇ, ਤੁਸੀਂ ਸਾਰੀ ਰਿਸਰਚ ਕਰਦੇ ਪਏ ਸੀਗੇ, ਤੁਸੀਂ ਗੂਗਲ ਵੀ ਛਾਣਿਆ ਹੋਊਗਾ ਤੇ ਪੁਲਿਸ ਅਫਸਰਾਂ ਦੇ ਦਫ਼ਤਰ ਵੀ ਛਾਣੇ ਹੋਣਗੇ, ਜੀ, ਉਹਨਾਂ ਦੇ ਦੋਸਤਾਂ ਤੱਕ ਵੀ ਗਏ ਹੋਣਗੇ, ਉਸ ਜਗ੍ਹਾ ਤੇ ਵੀ ਗਏ ਹੋਣਗੇ ਜਿੱਥੇ ਮਰਡਰ ਹੋਇਆ। ਤੁਹਾਨੂੰ ਕਦੇ ਕੋਈ ਧਮਕੀ ਮਿਲੀ? ਨਹੀਂ, ਮੈਨੂੰ ਐਕਚੁਅਲੀ ਮੇਰੇ 27 ਸਾਲ ਦੇ ਪ੍ਰੋਫੈਸ਼ਨ ਵਿੱਚ ਨਾ ਕਦੀ ਧਮਕੀ ਨਹੀਂ ਮਿਲੀ ਹੈਗੀ। ਹੁਣ ਉਹਦੇ 2 ਕਾਰਨ ਹੋ ਸਕਦੇ, ਜਾਂ ਤਾਂ ਮੈਂ ਇਸ ਲਾਇਕ ਹੀ ਨਹੀਂ ਸੀ ਕਿ ਮੈਨੂੰ ਧਮਕੀ ਦਿੱਤੀ ਜਾਵੇ, ਪਰ ਮੇਰੀਆਂ ਖਬਰਾਂ ਤੇ ਕਮ ਸੇ ਕਮ 40 ਪੁਲਿਸ ਅਫਸਰ ਸਸਪੈਂਡ ਹੋਏ ਨੇ, 15 ਡਿਸਮਿਸ ਵੀ ਹੋਏ ਨੇ ਜੀ। ਜਿੰਨੇ ਉਹ ਰੀਸੈਂਟ ਡਰੱਗ ਸੀਰੀਜ਼ ਦਾ ਸਾਰਾ, ਉਸ ਤੋਂ ਬਾਅਦ ਸਭ ਤੋਂ ਵੱਧ ਮੇਰੀਆਂ ਨਿਊਜ਼ ਆਈਆਂ ਨੇ ਉਹਦੇ ਵਿੱਚ। ਸੋ ਪੰਜਾਬ ਦੇ ਬਹੁਤ ਵੱਡੇ ਸੀਨੀਅਰ ਲੈਵਲ ਦੇ ਅਫਸਰਾਂ ਨੇ ਮੇਰੇ ਤੇ ਡੈਫੇਮੇਸ਼ਨ ਕੇਸਿਸ ਵੀ ਕੀਤੇ ਨੇ, ਕਾਫੀ ਕੁਝ ਮੈਂ ਸਿਆ ਹੈਗਾ, ਪਰ ਮੈਨੂੰ ਕਦੀ ਲਾਈਫ 'ਚ ਧਮਕੀ ਨਹੀਂ ਆਈ। ਜੱਸੀ ਵਾਲੇ ਕੇਸ ਵੀ ਡੈਫੇਮੇਸ਼ਨ ਹੋਈ ਸੀ ਮੈਨੂੰ ਲੱਗਦਾ? ਹਾਂਜੀ, ਮਤਲਬ ਸਾਰੇ ਕੇਸਿਸ ਵਿੱਚ, ਮੇਰੇ ਕਾਫੀ ਕੇਸਿਸ ਵਿੱਚ ਹੋਈ ਹੈ। ਇੱਕ ਟਾਈਮ ਤੇ ਤਾਂ ਪੰਜਾਬ ਦੇ ਹਰੇਕ ਡੀਜੀਪੀ ਨੇ ਮੇਰੇ ਤੇ ਡੈਫੇਮੇਸ਼ਨ ਕੀਤੀ ਹੋਈ ਸੀਗੀ। ਐਂਡ ਪਰ ਮੈਨੂੰ, ਤੁਸੀਂ ਇਸ ਗੱਲ ਨੂੰ ਸਮਝਦੇ ਹੋ, ਤੁਸੀਂ ਜਰਨਲਿਸਟ ਹੋ, ਕਿ ਕਈ ਵਾਰ ਨਾ ਤੁਹਾਨੂੰ ਧਮਕੀ ਨਹੀਂ ਆਉਂਦੀ, ਕਈ ਵਾਰ ਤੁਹਾਨੂੰ ਫਰੈਂਡਲੀ ਐਡਵਾਈਸ ਆ ਜਾਂਦੀ ਹੈ ਕਿ ਯਾਰ ਤੂੰ ਬੜਾ ਵਧੀਆ ਹੈਗਾ, ਠੀਕ ਹੈ, ਇੱਕ ਸਵਾਲ ਹੋਰ ਕਰ ਲਾ, ਇਸ ਰਸਤੇ ਦੇ ਨਾਲ ਇੱਕ ਸਵਾਲ ਹੋਰ ਕਰ ਲਾ। ਜੀ। ਕਦੇ ਕਿਸ ਨੇ ਕਿਹਾ ਕਿ ਪੁਲਿਸ ਵਾਲਿਆਂ ਨਾਲ ਯਾਰੀ ਬੜੀ ਹੈ ਜਪਿੰਦਰ ਦੀ, ਇਸ ਕਰਕੇ ਸਟੋਰੀ ਬਾਹਰ ਆਉਂਦੀ ਹੈ? ਆਈ ਵਿਸ਼ ਯਾਰ ਕੋਈ ਕਹਿ ਦਵੇ, ਕਿਉਂਕਿ ਮੇਰਾ ਤਾਂ ਤੁਸੀਂ ਕਹਿ ਰਹੇ ਹੋ ਕਿ ਮੇਰਾ ਤਾਂ 36 ਦਾ ਅੰਕੜਾ ਹੀ ਰਿਹਾ ਹਮੇਸ਼ਾ ਉਹਨਾਂ ਦੇ ਨਾਲ ਨਾ। ਦੇਖੋ ਹਰੇਕ ਪ੍ਰੋਫੈਸ਼ਨ ਵਿੱਚ ਨਾ, ਮੈਂ ਇਹ ਗੱਲ ਮੰਨਦਾ ਕਿ ਜਿਸ ਲੈਵਲ ਦੀ ਕਰਪਸ਼ਨ ਆਪਣੇ ਕੰਟਰੀ ਵਿੱਚ ਹੈ ਨਾ, 90% ਬੰਦੇ ਕਰਪਟ ਨੇ, ਪਰ 10% ਇਹੋ ਜਿਹੇ ਮਿਹਨਤੀ ਨੇ ਜਿਹੜਾ ਆਪਣਾ ਖੂਨ ਤੇ ਪਸੀਨਾ ਵਾਰ ਰਹੇ ਨੇ। ਇਹ ਜਰਨਲਿਜ਼ਮ 'ਚ ਵੀ ਨੇ, ਇਹ ਪੁਲਿਸ ਵਿੱਚ ਵੀ ਨੇ। ਸੋ ਮੇਰੀ ਕੋਸ਼ਿਸ਼ ਰਹੀ ਹੈ ਕਿ ਜਿਹੜੇ 10% ਬੰਦੇ ਜਿਨ੍ਹਾਂ ਨੂੰ ਐਟਲੀਸਟ ਮੈਂ ਓਨੈਸਟ ਮੰਨਦਾ ਹੈਗਾ ਹਨਾ, ਤੇ ਮੈਂ ਉਹਨਾਂ ਦੇ ਨਾਲ ਆਫ ਕੋਰਸ ਮੈਂ, ਚਲੋ ਮੈਂ ਉਹਨਾਂ 10% ਦਾ ਜ਼ਿਕਰ ਕਰਦਾ ਜੀ। ਤੁਸੀਂ NIA ਨਾਲ ਵੀ ਕੰਟੈਕਟ ਕੀਤਾ ਹੋਊਗਾ, ਦਿੱਲੀ ਪੁਲਿਸ ਨਾਲ ਵੀ ਗੱਲ ਕੀਤੀ ਹੋਊਗੀ, ਪੰਜਾਬ ਪੁਲਿਸ ਨਾਲ ਵੀ ਗੱਲ ਕੀਤੀ ਹੋਊਗੀ। ਸਭ ਤੇ ਅਲੱਗ-ਅਲੱਗ ਚੈਪਟਰ ਹੈ, ਸਭ ਦੇ ਅਲੱਗ-ਅਲੱਗ ਚੈਪਟਰ ਹੈ, ਬਿਲਕੁਲ ਠੀਕ ਹੈ। ਇੱਕ ਥ੍ਰੈਟ ਵਾਲਾ ਚੈਪਟਰ ਵੀ ਤੁਹਾਡਾ ਵੱਖਰਾ, 7 ਨੰਬਰ ਸ਼ਾਇਦ ਮੈਨੂੰ। ਜੀ। ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ ਜਪਿੰਦਰ, ਉਹਨਾਂ ਨੇ ਕਿਸੇ ਨੇ ਸ਼ਾਬਾਸ਼ ਦਿੱਤੀ ਆਫ ਦਾ ਰੈਕਟ, ਇਹ ਬਹੁਤ ਵਧੀਆ ਕੰਮ ਕੀਤਾ ਜਪਿੰਦਰ? ਮੈਂ ਐਕਚੁਅਲੀ ਨਾ ਇਸ ਕਿਤਾਬ ਨੂੰ ਲਿਖਣ ਵੇਲੇ ਬਹੁਤ ਬਿਮਾਰ ਪਿਆ। ਇਹ ਮੇਰੀ 6ਵੀਂ ਕਿਤਾਬ ਸੀ ਤੇ ਸੋ 5 ਕਿਤਾਬਾਂ 'ਚ ਮੈਂ ਬਿਮਾਰ ਨੇ ਪਿਆ। ਇਸ ਕਿਤਾਬ 'ਚ ਮੈਂ ਬਿਮਾਰ ਪਿਆ ਕਿਉਂਕਿ ਹਰ ਲਾਈਨ ਫੈਕਚੁਅਲ ਹੋਣੀ ਚਾਹੀਦੀ ਸੀ, ਸੈਂਸਿਟਿਵ ਟੂ ਦੀ ਵਿਕਟਿਮ ਫੈਮਿਲੀ ਐਂਡ ਸੈਂਸਿਟਿਵ ਟੂ ਦੀ ਅਕਿਊਜ਼ਡ ਫੈਮਿਲੀ। ਉਹਨਾਂ ਦੀ ਵੀ ਸੰਵੇਦਨਸ਼ੀਲਤਾ ਦੇਖੋ, ਜਿਹੜੇ ਮਾਣੂ ਗੁੱਸਾ ਦਾ ਐਨਕਾਊਂਟਰ ਹੋਇਆ, ਸ਼ੂਟਰ ਸੀ ਜਗਰੂਪ ਰੂਪਾ ਜਾਂ ਲਾਰੈਂਸ ਬਿਸ਼ਨੋਈ ਹੈ, ਭਗਵਾਨਪੁਰੀ ਹੈ, ਗੋਲਡੀ ਬਰਾੜ ਹੈ, ਇਹ ਸਾਰੇ ਬੌਰਨ ਕ੍ਰਿਮੀਨਲਸ ਨਹੀਂ ਹੈ ਜੋ ਮੇਰੀ ਰਿਸਰਚ ਹੈ ਨਾ, ਇਹ ਵੀ ਹਿਊਮਨਾਈਜ਼ ਨੇ, ਸਿਸਟਮ ਦੇ ਬਣਾਏ ਹੋਏ। ਸੋ ਮੇਰੀ ਜੇ ਰਿਪੋਰਟਿੰਗ ਸ਼ੁਰੂ ਤੋਂ ਇਹੀ ਰਹੀ ਹੈ ਕਿ ਮੈਂ ਹਰੇਕ ਚੀਜ਼ ਨੂੰ ਇੱਕ ਇਨਸਾਨ ਦੀ ਤਰ੍ਹਾਂ ਦੇਖਦਾ। ਮੈਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਹੀਂ ਦੇਖਦਾ ਕਿ ਇਸ ਦੇ ਖਿਲਾਫ 12 FIR ਹੈ, ਇਹ ਬੰਦਾ ਗੰਦਾ ਹੈ, ਇਸ ਨੂੰ ਅੰਦਰ ਹੀ ਸੱਟੋ। ਇਹ ਕੰਪਿਊਟਰ ਦਾ ਕੰਮ ਹੈਗਾ, ਇਨਸਾਨ ਦਾ ਕੰਮ ਨਹੀਂ ਹੈਗਾ। ਇਨਸਾਨ ਰੀਜ਼ਨਸ ਵਿੱਚ ਜਾਏਗਾ, ਉਹਦੇ ਵਿੱਚ ਜਾਏਗਾ। ਸੋ ਮੇਰਾ ਇਹ ਰਿਹਾ ਹੈਗਾ, ਮੈਂ ਐਗਜ਼ੈਕਟ ਸ਼ਾਬਾਸ਼ੀ ਤਾਂ ਕੋਈ ਨਹੀਂ ਦਿੰਦਾ ਇਸ, ਹੈ ਨਾ,
ਹੋ ਸਕਦਾ ਉਹ ਦੇਣੀ ਨਹੀਂ ਚਾਹੁੰਦੇ ਹੋਣ, ਹੋ ਸਕਦਾ ਉਹ ਦੇਣੀ ਚਾਹੁੰਦੇ ਹੋਣ ਪਰ ਉਹਨਾਂ ਨੂੰ ਡਰ ਹੋਵੇ ਕਿ ਮੈਂ ਪਰ ਮੈਨੂੰ 3-4 ਪੁਲਿਸ ਅਫਸਰ ਨੇ ਇਹ ਜ਼ਰੂਰ ਕਿਹਾ ਕਿ ਯਾਰ ਕਿਤਾਬ ਤੇ ਤੇਰੇ ਨਾਲ ਕੋ-ਆਥਰਸ਼ਿਪ ਕਰਾਂਗੇ ਤੇ ਤੈਨੂੰ ਪੂਰੀ ਫਾਈਲ ਦੇਵਾਂਗੇ ਲਿਖਣ ਨੂੰ, ਤੂੰ ਜੋ ਲਿਖਣਾ ਉਹ ਲਿਖੀ ਔਨ ਦੇ ਰਿਕਾਰਡ, ਹੋਰ ਰਾਹ ਖੁੱਲ ਰਹੇ, ਆਫ ਦੇ ਰਿਕਾਰਡ, ਹੋਰ ਰਾਹ ਖੁੱਲ ਰਹੇ। ਹਾਂ, ਇਹਦੇ ਨਾਲ ਬਹੁਤ ਫਰਕ ਪਿਆ ਜੀ। ਇਨਫੈਕਟ ਇਸ ਦੇ ਨਾਲ ਬਿਕੋਜ਼ ਆਈ ਥਿੰਕ ਸਾਰਿਆਂ ਨੇ ਸ਼ਾਇਦ ਇਹ ਰਿਅਲਾਈਜ਼ ਕੀਤਾ ਹੈ ਕਿ ਇਸ ਸਾਰੀ ਗੱਲ ਨੂੰ ਲਿਖਣਾ ਸੌਖਾ ਨਹੀਂ ਸੀਗਾ। ਚਲੋ ਹੁਣ ਮੈਂ ਉਸ ਪੁਆਇੰਟ ਤੇ ਆਉਣਾ ਜਿਸ ਪੁਆਇੰਟ ਤੇ ਸਾਰਾ ਇਹ ਮੁੱਦਾ ਖੜਾ। ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਕਿਉਂ? ਇਹ ਤਾਂ ਕਿਤਾਬ ਹੈ ਮੇਰੀ, ਹੂ ਕਿਲਡ ਮੂਸੇਵਾਲਾ। ਸੋ ਜੇ ਮੈਂ ਤੁਹਾਡੇ ਇੱਥੇ ਦੱਸ ਦਵਾਂ ਤਾਂ ਫਿਰ ਮੇਰੀ ਕਿਤਾਬ ਦੀ ਕੀ ਵੈਲਿਊ ਰਹਿ ਜਾਏਗੀ? ਚਲੋ ਮੈਂ ਸਵਾਲ ਕਰਦਾ ਜੀ। ਸਿੱਧੂ ਮੂਸੇਵਾਲੇ ਕੋਲੇ ਬਹੁਤ ਸਾਰੀ ਪ੍ਰਾਪਰਟੀ ਹੈ। ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਇੰਟੈਲੈਕਚੁਅਲ ਪ੍ਰਾਪਰਟੀ ਕਰੋੜਾਂ ਚ, ਮੇਰੇ ਖਿਆਲ 500 ਕਰੋੜ ਜਿਹੜਾ ਉਹ ਕਲੇਮ ਕਰਦੇ, ਹੋ ਸਕਦਾ ਇੰਨਾ ਪਿਆ ਹੋ। ਉਹ ਵਜ੍ਹਾ ਸੀ ਜਾਂ ਸਿੱਧੂ ਮੂਸੇਵਾਲਾ ਖਰੀਆਂ ਗੱਲਾਂ ਕਰਦਾ ਸੀ ਉਹ ਵਜ੍ਹਾ ਸੀ, ਜਾਂ ਸਿੱਧੂ ਮੂਸੇਵਾਲੇ ਨੇ ਜਿਹੜੇ ਇਹੋ ਜਿਹੇ ਗਾਣੇ ਗਾਏ ਜਿਹੜੇ ਕਿਸੇ ਨੂੰ ਪਿੰਚ ਕੀਤੇ, ਚਾਹੇ ਉਹ ਬੰਬੀਹਾ ਦਾ ਜ਼ਿਕਰ ਹੋਵੇ, ਕੀ ਉਹ ਵਜ੍ਹਾ ਸੀ? ਜਾਂ ਵਿੱਕੀ ਮਿੱਡੂ ਖੇੜਾ ਵਾਲਾ ਮਰਡਰ ਆ ਜਿਹੜਾ ਉਹ ਵਜ੍ਹਾ ਸੀ? ਦੇਖੋ ਤੁਸੀਂ ਇੱਕ ਫੈਕਟਰ, ਵਿੱਕੀ ਮਿੱਡੂ ਖੇੜਾ ਦਾ ਮਰਡਰ ਤਾਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਓਪਨਲੀ ਕਲੇਮ ਕੀਤਾ ਹੋਇਆ ਹੈਗਾ। ਉਹਨਾਂ ਨੇ ਆਪਣੀ ਸਟੇਟਮੈਂਟ 'ਚ ਵੀ ਕਿਹਾ ਕਿ ਅਸੀਂ ਉਸ ਮਰਡਰ ਦਾ ਬਦਲਾ ਲਿੱਤਾ ਹੈਗਾ। ਅਸੀਂ ਉਹ ਮੰਨ ਲਈਏ ਜੋ ਉਹਨਾਂ ਦੀ ਸਟੇਟਮੈਂਟ ਹੈ? ਨਹੀਂ, ਇਹ ਉਹਨਾਂ ਦਾ ਕਲੇਮ ਹੈ। ਇਹ ਹੁਣ ਪੁਲਿਸ ਮੰਨੇ ਨਾ ਮੰਨੇ, ਮੈਂ ਤਾਂ ਉਸ ਗੱਲ ਨੂੰ ਪੂਰਾ ਮੰਨਦਾ ਨਹੀਂ। ਤੁਸੀਂ ਨਹੀਂ ਮੰਨਦੇ ਨਾ? ਮੈਂ ਪੂਰਾ ਨਹੀਂ ਮੰਨਦਾ। ਐਕਚੁਅਲੀ ਮੂਸੇਵਾਲਾ ਦੀ ਲਾਈਫ ਇੰਨੀ ਕੰਪਲਿਕੇਟਿਡ ਸੀਗੀ ਨਾ ਕਿ ਤੁਸੀਂ ਇੱਕ ਫੈਕਟਰ ਨੂੰ ਪਿਨ ਪੁਆਇੰਟ ਨਹੀਂ ਕਰ ਸਕਦੇ ਹੈਗੇ। ਜੇ ਮੂਸੇਵਾਲਾ ਨੂੰ ਕਿਸੇ ਨੇ ਧਮਕੀਆਂ ਦਿੱਤੀਆਂ ਜਾਂ ਉਹਦੇ ਖਿਲਾਫ ਗਾਣਾ ਗਾਇਆ ਤੇ ਉਹਨੇ ਵਾਪਸੀ 'ਚ ਗਾਣਾ ਗਾਇਆ, ਤਾਂ ਹੁਣ ਫਿਰ ਉਸ ਨੂੰ ਤੁਸੀਂ ਕਿਹੜੇ ਫੈਕਟਰ 'ਚ ਪਾਓਗੇ? ਲਾਰੈਂਸ ਉਹਨੂੰ ਗੈਂਗਸਟਰ ਫੈਕਟਰ 'ਚ ਪਾਓਗੇ ਜਾਂ ਪਰਸਨਲ ਰਾਈਵਲਰੀ 'ਚ ਪਾਓਗੇ? ਤੁਸੀਂ ਗੈਂਗਵਾਰ ਨਹੀਂ ਮੰਨਦੇ? ਨਹੀਂ, ਗੈਂਗਵਾਰ ਉਹਦਾ ਹਿੱਸਾ ਹੈ ਪਰ ਉਹਦਾ ਪੂਰਾ ਹਿੱਸਾ ਨਹੀਂ ਹੈ। ਉੱਥੋਂ ਸਟਾਰਟ ਨਹੀਂ ਹੁੰਦੀ। ਚਲੋ ਮੈਂ ਅਗਲੇ ਹਿੱਸੇ ਗੱਲ ਕਰਦਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਬਹੁਤ ਸਾਰੇ ਸਵਾਲ ਹੈ, ਤੁਹਾਡੇ ਹਰ ਸਵਾਲ ਦਾ ਜਵਾਬ ਲੈ ਕੇ ਰਹੂੰਗਾ ਮੈਂ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਜਪਿੰਦਰ ਜੀ ਸਾਡੇ ਨਾਲ ਨੇ, ਕ੍ਰਾਈਮ ਜਰਨਲਿਜ਼ਮ ਦੇ ਵਿੱਚ ਬਹੁਤ ਵੱਡਾ ਨਾਮ ਹੈ ਇਹਨਾਂ ਦਾ। 27 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ। ਟ੍ਰਿਬਿਊਨ ਵਿੱਚ ਸਪੈਸ਼ਲ ਕੋਰਸਪੋਂਡੈਂਟ ਨੇ ਤੇ ਇਹਨਾਂ ਦੀ ਬੜੀਆਂ ਕਿਤਾਬਾਂ ਜਿਹੜੀਆਂ ਉਹ ਮਾਰਕੀਟ ਵਿੱਚ ਨੇ, ਪਰ ਜਿਹੜੀ ਕਿਤਾਬ ਦੀ ਚਰਚਾ ਸਭ ਤੋਂ ਜ਼ਿਆਦਾ ਹੂ ਕਿਲਡ ਮੂਸੇਵਾਲਾ, ਅਸੀਂ ਉਸ ਦਾ ਜ਼ਿਕਰ ਕਰ ਰਹੇ ਹਾਂ। ਜਪਿੰਦਰ ਜੀ, ਇੱਕ ਪੋਲਿਟਿਕਸ ਸੀ ਜਿਹੜੀ ਇਹ ਕਹਿੰਦੀ ਸੀ ਗੈਂਗਸਟਰ ਹੈ ਸਿੱਧੂ ਮੂਸੇਵਾਲਾ, ਤੁਸੀਂ ਵੀ ਉਹ ਬਿਆਨ ਪੜ੍ਹੇ ਹੋਣਗੇ। ਇੱਕ ਪੋਲਿਟਿਕਸ ਇਹ ਕਹਿੰਦੀ ਸੀ ਗੈਂਗਸਟਰ ਨਾਲ ਇਹਨਾਂ ਦੀ ਬਹਿਣੀ ਉੱਠਣੀ ਹੈ। ਇੱਕ ਧਿਰ ਇਹ ਕਹਿੰਦੀ ਸੀ ਇਹ ਉਹਨਾਂ ਵਿਰੁੱਧ ਜਾਣਬੁੱਝ ਕੇ ਗਾਣੇ ਗਾਉਂਦਾ ਹੈ। ਇੱਕ ਧਿਰ ਇਹ ਕਹਿੰਦੀ ਸੀ ਸਿੱਧੂ ਮੂਸੇਵਾਲਾ ਬਹੁਤ ਦਲੇਰ ਹੈ, ਖਰੀ ਗੱਲ ਕਰਦਾ। ਤੁਸੀਂ ਕਿਹੜੀ ਧਿਰ ਨੂੰ ਇਸ ਵਿੱਚ ਕੋਟ ਕੀਤਾ? ਦੇਖੋ, ਇਹਦੇ ਵਿੱਚ ਸਿੱਧੂ ਮੂਸੇਵਾਲਾ ਦਲੇਰ ਸੀ, ਉਹ ਖਰੀ ਗੱਲ ਕਰਦਾ ਸੀ, ਇਹ ਬਿਲਕੁਲ ਠੀਕ ਗੱਲ ਹੈਗੀ ਹੈ। ਜਿਹੜੀ ਇਹ ਗੈਂਗਸਟਰਸ ਵਾਲੀ ਗੱਲਾਂ ਹੈਗੀ, ਇਹ ਮੇਰਾ ਸਵਾਲ ਹਰੇਕ ਪੁਲਿਸ ਅਫਸਰ ਤੋਂ ਰਿਹਾ, ਹਰੇਕ ਤੋਂ, ਔਨ ਦੀ ਰਿਕਾਰਡ, ਆਫ ਦੀ ਰਿਕਾਰਡ, ਛੋਟੇ ਰੈਂਕ ਤੋਂ ਲੈ ਕੇ ਵੱਡੇ ਤੱਕ। ਮੇਰੇ ਕੋਲ ਜਦੋਂ ਸਿੱਧੂ ਮੂਸੇਵਾਲਾ ਤੇ ਜਿੰਨੇ ਵੀ ਕੇਸ ਹੋਏ, ਵਿੱਕੀ ਮਿੱਡੂ ਖੇੜਾ ਦਾ ਕੇਸ ਹੋਇਆ, ਉਦੋਂ ਕਾਂਗਰਸ ਗਵਰਨਮੈਂਟ ਸੀਗੀ ਪਾਵਰ ਵਿੱਚ, ਤੇ ਸਿੱਧੂ ਮੂਸੇਵਾਲਾ ਦਾ ਪਹਿਲਾਂ ਤਾਂ ਕਾਂਗਰਸ ਸਰਕਾਰ ਨਾਲ ਵੀ ਪੰਗਾ ਰਿਹਾ, ਸਾਰੇ FIR ਉਦੋਂ ਹੀ ਹੋਈਆਂ ਉਸ 'ਤੇ। ਤੋ ਉਹਨਾਂ ਦੀ ਇਨਵੈਸਟੀਗੇਸ਼ਨ ਵਿੱਚ ਕਿਤੇ ਵੀ ਸਿੱਧੂ ਮੂਸੇਵਾਲਾ ਦਾ ਗੈਂਗਸਟਰਸ ਨਾਲ ਲਿੰਕ ਹੈ ਜਿਹੜਾ, ਉਹਨਾਂ ਨੇ ਕਿਤੇ ਵੀ ਨਹੀਂ ਲਿਖਿਆ ਹੋਇਆ। ਇਹ ਉਦੋਂ ਦੀ ਇਨਵੈਸਟੀਗੇਸ਼ਨ। ਬਾਅਦ ਦੇ ਵਿੱਚ ਉਹ ਕਾਂਗਰਸ ਦੀ ਟਿਕਟ ਮਿਲਦੀ ਹੈ, ਜੋ ਵੀ ਉਹਨੂੰ ਹੁੰਦਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈਗੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਸ ਦੀ ਸਿਕਿਉਰਿਟੀ ਵਾਪਸ ਹੁੰਦੀ ਹੈ, ਪਰ ਉਸ ਦੇ ਉੱਤੇ ਕਿਸੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਉਹਦਾ ਨਾਂ ਨਹੀਂ ਹੈਗਾ ਐਜ਼ ਗੈਂਗਸਟਰ। ਹੁਣ ਵੀ ਆਮ ਆਦਮੀ ਪਾਰਟੀ ਕੋਲ 1 ਸਾਲ ਉਸ ਤੋਂ ਬਾਅਦ ਵੀ ਸੀਗਾ, ਰਾਈਟ। ਫਿਰ ਦਿੱਲੀ ਦੇ ਵਿੱਚ ਦਿੱਲੀ ਪੁਲਿਸ BJP ਕੋਲ ਹੈ, ਸੋ ਉਹਨਾਂ ਦੀ ਪੁਲਿਸ ਨੇ ਵੀ ਇਨਵੈਸਟੀਗੇਸ਼ਨ ਕੀਤੀ ਉਹਦੇ ਮਰਡਰ, ਉਹਨਾਂ ਨੇ ਵੀ ਕਿਤੇ ਇਹ ਜ਼ਿਕਰ ਨਹੀਂ ਕੀਤਾ ਕਿ ਉਸਦੇ ਲਿੰਕ ਹੈਗੇ ਨੇ। ਸੋ ਇੱਥੇ ਤੁਹਾਨੂੰ 3 ਡਿਫਰੈਂਟ ਪੁਲਿਸ ਆਰਗੇਨਾਈਜੇਸ਼ਨਸ ਦੀ ਇਨਵੈਸਟੀਗੇਸ਼ਨ ਹੈ, ਤੁਹਾਨੂੰ ਉਸ 'ਤੇ ਟਰਸਟ ਕਰਨਾ ਪਏਗਾ ਇਸ ਮਾਮਲੇ ਦੇ ਵਿੱਚ ਕਿ ਉਸ ਦਾ ਗੈਂਗਸਟਰਸ ਨਾਲ ਲਿੰਕ ਨਹੀਂ ਹੈ। ਹੁਣ ਉਹ ਗੈਂਗਸਟਰ ਨਾਲ ਜੇ ਉੱਠਣਾ ਬੈਠਣਾ ਹੈ ਜਾਂ ਉਸ ਦਾ ਕੁਝ ਸੀਗਾ, ਉਹ ਮੇਰੀ ਇਨਵੈਸਟੀਗੇਸ਼ਨ ਤੇ ਰਿਸਰਚ ਵਿੱਚ ਨਹੀਂ ਹੈ। ਸਵਾਲ ਥੋੜਾ ਜਿਹਾ ਹੋਰ ਨੂੰ ਸਿੰਪਲ ਕਰ ਦਿੰਦੇ ਹਾਂ। ਕੋਈ ਗੈਂਗਸਟਰ ਜਾਂ ਕੋਈ ਇਹੋ ਜਿਹਾ ਗਰੁੱਪ ਸਿੱਧੂ ਮੂਸੇਵਾਲਾ ਨੂੰ ਪ੍ਰੋਟੈਕਟ ਕਰ ਰਿਹਾ ਸੀ? ਇਸ ਦੇ ਬਹੁਤ ਜ਼ਿਆਦਾ ਚਾਂਸਸ ਹੈ, ਇਸ ਗੱਲ ਦੇ ਬਹੁਤ ਜ਼ਿਆਦਾ ਚਾਂਸਸ ਹੈ, ਬਿਕੋਜ਼ ਜਿੰਨੇ ਸਿੱਧੂ ਮੂਸੇਵਾਲਾ ਦੇ ਕਾਪੀਰਾਈਟ ਇਸ਼ੂਜ਼ ਹੋਏ ਸੀਗੇ, ਜਿਹੜਾ ਉਹਨੂੰ ਕੈਨੇਡਾ ਤੋਂ ਵਾਪਸ ਆਉਣਾ ਪਿਆ ਤੇ ਬਾਅਦ ਵਿੱਚ ਉਹਨੇ ਡਿਸਾਈਡ ਕੀਤਾ ਕਿ ਮੈਂ ਚੰਡੀਗੜ੍ਹ ਦੀ ਬਜਾਏ ਜਾਂ ਬੰਬੇ ਦੀ ਬਜਾਏ ਮੈਂ ਆਪਣੇ ਪਿੰਡ 'ਚ ਹੀ ਰਹੂੰਗਾ, ਵਿਚ ਇਜ਼ ਅ ਡਿਫਰੈਂਟ ਸਟੋਰੀ। ਸੋ ਹਾਂ, ਉਹਦੇ ਵਿੱਚ ਉਸਨੂੰ
ਹੁਣ ਐਕਚੁਅਲੀ ਨਾ ਇਹ ਇੰਨੀ ਕੰਪਲਿਕੇਟਿਡ ਚੀਜ਼ ਹੈ ਕਿ ਕੀ ਗੈਂਗਸਟਰ ਉਹਨੂੰ ਮਿਲਦਾ ਸੀ ਜਾਂ ਕੋਈ ਗੈਂਗਸਟਰ ਦਾ ਪੋਲੀਟੀਸ਼ੀਅਨ ਫਰੈਂਡ ਉਹਨੂੰ ਮਿਲਦਾ ਸੀ ਜਾਂ ਕੋਈ ਗੈਂਗਸਟਰ ਦਾ ਜਰਨਲਿਸਟ ਫਰੈਂਡ ਉਹਨੂੰ ਮਿਲਦਾ ਸੀਗਾ। ਤੁਸੀਂ ਵੀ ਮਤਲਬ ਜਰਨਲਿਸਟ ਫਰੈਂਡ ਵੀ ਮੈਂ ਤੁਹਾਨੂੰ ਕਹਿ ਰਿਹਾ। ਸੋ ਹੁਣ ਕੋਈ ਕੀ ਪਤਾ ਸਿੱਧੂ ਮੂਸੇਵਾਲੇ ਨੂੰ ਕੌਣ ਮਿਲੇਗਾ। ਬਹੁਤ ਸਾਰੇ ਸਵਾਲਾਂ ਦੇ ਜਵਾਬ ਤਾਂ ਸਿੱਧੂ ਮੂਸੇਵਾਲਾ ਕੋਲ ਨੇ ਨਾ। ਤੁਸੀਂ ਸਿੱਧੂ ਮੂਸੇਵਾਲੇ ਨੂੰ ਸ਼ਾਇਦ ਮਰਡਰ ਤੋਂ ਪਹਿਲਾਂ ਕਦੇ ਨਹੀਂ ਮਿਲੇ, ਜਦੋਂ ਤੱਕ ਮੈਨੂੰ ਜਾਣਕਾਰੀ। ਨਹੀਂ, ਮੈਂ ਨਹੀਂ ਮਿਲਿਆ। ਤੁਸੀਂ ਮਰਡਰ ਤੋਂ ਬਾਅਦ ਹੀ ਇਸ ਸਾਰੇ ਘਟਨਾਕ੍ਰਮ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ। ਜੀ ਜੀ ਜਿੰਨਾ ਤੁਹਾਡਾ ਜਰਨਲਿਜ਼ਮ ਦਾ ਕਰੀਅਰ ਹੈ ਤਕਰੀਬਨ 19 ਕੁ ਸਿੱਧੂ ਮੂਸੇਵਾਲੇ ਦੀ ਉਮਰ ਸੀ। ਜੀ ਬਿਲਕੁਲ। ਤੁਸੀਂ ਸਿੱਧੂ ਮੂਸੇਵਾਲੇ ਨੂੰ ਕੀ ਰੀਡ ਕਰਦੇ ਹੋ? ਸਿੱਧੂ ਮੂਸੇਵਾਲਾ ਕਿਹੜੀ ਜਗ੍ਹਾ ਤੇ ਤੁਹਾਨੂੰ ਗਲਤ ਲੱਗਿਆ ਤੇ ਕਿਹੜੀ ਜਗ੍ਹਾ ਤੇ ਬਹੁਤ ਸਹੀ ਲੱਗਿਆ? ਕਿਉਂਕਿ ਤੁਸੀਂ ਉਹਦੇ ਦੋਸਤਾਂ ਮਿੱਤਰਾਂ ਨੂੰ, ਪਰਿਵਾਰ ਨੂੰ, ਸਭ ਨੂੰ ਬੜਾ ਨੇੜੇ ਹੋਏ। ਯੈਸ ਮੈਨੂੰ ਲੱਗਦਾ ਹੈਗਾ ਕਿ ਮੇਰਾ ਜੋ ਬੁੱਕ ਦਾ ਤੇ ਰਿਸਰਚ ਦਾ ਸਾਰਾ ਸੀਗਾ ਨਾ, ਜਿਵੇਂ ਤੁਸੀਂ ਕੀਤਾ ਕਿ ਮੈਂ 29 ਮਈ ਤੋਂ ਰਿਪੋਰਟਿੰਗ ਸ਼ੁਰੂ ਕੀਤੀ ਤੇ ਬੁੱਕ ਵੀ ਮੈਂ ਉੱਥੋਂ ਹੀ ਸ਼ੁਰੂ ਕੀਤੀ ਹੈ ਲਾਸਟ ਰਾਈਟ ਤੋਂ। ਤਾਂ ਫਿਰ ਮੈਂ ਪਿੱਛੇ ਨੂੰ ਗਿਆ। ਪਿੱਛੇ ਨੂੰ ਮੈਂ ਫਿਲਮ ਦੀ ਤਰ੍ਹਾਂ ਨਹੀਂ ਗਿਆ ਕਿ ਉੱਥੋਂ ਦੀ ਮੈਂ ਚਾਈਲਡਹੁੱਡ ਚਲਾ ਗਿਆ। ਉੱਥੇ ਮੈਨੂੰ ਜੋ ਬੰਦੇ ਇਨਵੈਸਟੀਗੇਸ਼ਨ ਦੇ ਵਿੱਚ ਮੇਨ ਪਰਸਨ ਸੀਗੇ, ਜੋ ਪੁਲਿਸ ਦੇ ਹਿਸਾਬ ਨਾਲ ਅਤੇ ਗੈਂਗਸਟਰਸ ਦੇ ਹਿਸਾਬ ਨਾਲ, ਮੈਂ ਉਹਨਾਂ ਨੂੰ ਮਿਲਿਆ। ਤੇ ਕਈ ਬੰਦੇ ਜਿਨ੍ਹਾਂ ਨੂੰ ਕੋਈ ਨਹੀਂ ਮਿਲਿਆ, ਜਿਵੇਂ ਉਹਨਾਂ ਦੇ ਮਿਊਜ਼ਿਕ ਟੀਚਰ, ਉਹਨਾਂ ਦੇ ਮਾਨਸੇ ਦੇ ਕਲਾਸਮੇਟਸ ਜਾਂ ਦੂਜੇ ਹੋਰ ਕਾਫੀ ਬੰਦੇ ਉਹਨਾਂ ਦੇ ਨਾ, ਕਈ ਜਰਨਲਿਸਟ ਜਿਨ੍ਹਾਂ ਨੇ ਉਹਨੂੰ ਫਸਟ ਟਾਈਮ ਇੰਟਰਵਿਊ ਕੀਤਾ, ਕਈ ਐਕਸਪਰਟਸ ਜਿਹੜੇ ਉਹਨਾਂ ਦੇ ਲਿਰਿਕਸ ਨੂੰ ਡਾਈਸੈਕਟ ਕਰ ਰਹੇ ਸੀ, ਉਹਨਾਂ ਸਾਰਿਆਂ ਨੂੰ ਵੀ ਮੈਂ ਉਹਦੇ ਵਿੱਚ ਮਿਲਿਆ। ਤੇ ਮੂਸੇਵਾਲਾ ਨਾ ਉਹਨਾਂ ਦੇ ਵਿਕਟਿਮ ਆਫ ਸਰਕਮਸਟੈਂਸਿਸ ਦੇ ਨਾਲ ਤੁਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ। ਪਹਿਲੀ ਗੱਲ ਤਾਂ ਹੈ। ਹੁਣ ਇੱਕ ਲੜਕਾ ਹੈ ਜੋ ਪੰਜਾਬ ਦੇ ਇੱਕ ਪਿੰਡ ਤੋਂ ਉੱਠਿਆ ਹੈ, ਇੰਜੀਨੀਅਰਿੰਗ ਉਹਨੇ ਕੀਤੀ ਹੈ, ਵੈਰੀ ਫਾਈਨ। ਉੱਥੋਂ ਦੀ ਉਹ ਕੈਨੇਡਾ ਜਾਂਦਾ ਹੈ। ਸਡਨਲੀ ਉਸਨੂੰ ਇੱਕ ਇੰਨੀ ਜ਼ਿਆਦਾ ਫੇਮ ਮਿਲਦੀ ਹੈ ਕਿ ਉਸ ਫੇਮ ਨੂੰ ਸੰਭਾਲਣ ਦੇ ਲਈ ਇੱਕ ਤਰ੍ਹਾਂ ਦਾ ਇੱਕ ਸਿਸਟਮ ਚਾਹੀਦਾ ਹੁੰਦਾ ਤੁਹਾਨੂੰ। ਉਹ ਸਿਸਟਮ ਜਾਂ ਤਾਂ ਤੁਹਾਨੂੰ ਕੋਈ ਪ੍ਰੋਫੈਸ਼ਨਲ ਕੰਪਨੀਜ਼ ਦੇ ਦਿੰਦੀਆਂ, ਜਾਂ ਤੁਹਾਡੀ ਫੈਮਿਲੀ ਦੇ ਸਕਦੀ ਹੈ, ਜਾਂ ਤੁਹਾਨੂੰ ਕੋਈ ਫਰੈਂਡ ਦੇ ਸਕਦਾ ਹੈਗਾ। ਜਿੰਨਾ ਵੀ ਮੈਂ ਉਹਨਾਂ ਦੇ ਫਰੈਂਡ ਮਤਲਬ ਲੋਕਾਂ ਨਾਲ ਗੱਲ ਕੀਤੀ ਹੈ, ਮੈਨੂੰ ਐਂ ਲੱਗਿਆ ਕਿ ਮੂਸੇਵਾਲਾ ਨੂੰ ਸਟੈਪ ਬਾਏ ਸਟੈਪ ਗਾਈਡ ਕਰਨ ਵਾਲਾ ਕੋਈ ਮੈਚਿਓਰ ਮਾਈਂਡ ਨਹੀਂ ਸੀਗਾ। ਇਸ ਕਰਕੇ ਤੁਸੀਂ ਦੇਖੋਗੇ ਕਿ ਮੂਸੇਵਾਲਾ ਨਾਲ ਕੋਈ ਵੀ ਬੰਦਾ ਸਟੈਡੀ ਨਹੀਂ ਰਿਹਾ 5 ਸਾਲ, ਬੰਦੇ ਚੇਂਜ ਹੁੰਦੇ ਰਹੇ। ਸੋ ਉਹ ਕਿਤੇ ਇੱਕ ਸਪੋਰਟ ਦੀ ਆਈ ਥਿੰਕ ਮੈਨੂੰ ਲੱਗਦਾ ਉਸਦੀ, ਬਿਕੋਜ਼ ਉਹ ਯੰਗ ਸੀਗਾ। ਜਿਵੇਂ ਕਿ ਤੁਸੀਂ ਕਹ ਰਹੇ ਸਿੱਧੂ ਮੂਸੇਵਾਲੇ ਨੂੰ ਗੋਡਫਾਦਰ ਨਹੀਂ ਮਿਲਿਆ। ਯੈਸ, ਦੈਟ ਇਜ਼ ਦ ਰਾਈਟ ਵਰਡ। ਸਿੱਧੂ ਮੂਸੇਵਾਲਾ ਨੂੰ ਗੋਡਫਾਦਰ ਨਹੀਂ ਮਿਲੇ। ਉਸ ਟੈਲੈਂਟ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ, ਉਸ ਟੈਲੈਂਟ ਨੂੰ ਕੋਈ ਰਾਹ ਦਿਖਾਉਣ ਵਾਲਾ ਨਹੀਂ ਸੀ। ਉਹ ਰਾਹ ਦਿਖਾਉਣ ਵਾਲਾ ਨਹੀਂ ਸੀ। ਕਈ ਵਾਰ ਤੁਹਾਨੂੰ ਰਿਸਟ੍ਰੇਨ ਕਰਨਾ ਪੈਣਾ। ਹੁਣ ਤੁਹਾਨੂੰ ਬਹੁਤ ਸਾਰੇ ਲੋਕ ਕ੍ਰਿਟਿਸਾਈਜ਼ ਕਰਦੇ ਹਨ। ਹੁਣ ਟਵਿੱਟਰ ਤੇ ਤੁਸੀਂ ਜਿਸ ਮਰਜ਼ੀ ਨਾਲ ਪੰਗਾ ਲੈ ਲਓ, ਤੁਹਾਨੂੰ ਵੀ ਕਰਦੇ ਹੋਣਗੇ, ਮੈਨੂੰ ਵੀ ਤਾਂ ਕਰਦੇ ਹੀ ਨੇ, ਹਨਾ, ਆਪਾਂ ਸਾਰਿਆਂ ਨੂੰ। ਸੋ ਆਪਾਂ ਜੇ ਹਰੇਕ ਨਾਲ ਲੜਾਈਆਂ ਕਰਾਂਗੇ ਤਾਂ ਆਪਣਾ ਹੀ ਵੇਸਟੇਜ ਆ ਉਹਦੇ ਵਿੱਚ ਨਾ। ਉਹ ਪਤਾ ਨਹੀਂ ਬੰਦਾ ਜਿਹਦੇ ਨਾਲ ਕਰ ਰਹੇ ਹੋ ਅਸਲ 'ਚ ਹੈ ਵੀ ਬੰਦਾ ਕਿ ਉਹ ਕਿਸੇ ਹੋਰ ਦਾ ਹੈਗਾ। ਸੋ ਜਿਹੜੇ ਮੂਸੇਵਾਲਾ ਦੇ ਗੋਡਫਾਦਰ ਬਣੇ, ਉਹ ਵੀ ਬਾਅਦ ਦੇ ਵਿੱਚ ਗੋਡਫਾਦਰ ਅਪਰੂਵ ਨਹੀਂ ਹੋਏ ਹੈਗੇ। ਸੋ ਉਹਦੀ ਲਾਈਫ ਦੀ ਸਟੋਰੀ ਹੀ ਬਿਟਰੇਲ ਦੀ ਰਹੀ ਹੈ। ਸੋ ਉਹਦਾ ਐਟ ਦੀ ਐਂਡ ਬਹੁਤ ਜ਼ਿਆਦਾ ਨਾ ਟਰਸਟ ਡੈਫਿਸਿਟ ਹੋ ਗਿਆ ਸੀ ਲੋਕਾਂ ਦਾ। ਇਹ ਸਬਜੂਡਿਸ ਮੈਟਰ ਹੈ। ਮੈਂ ਉਹੀ ਕੋਸ਼ਿਸ਼ ਕਰੂੰਗਾ ਤੁਹਾਡੇ ਤੋਂ ਸਵਾਲ ਦੇ ਜਵਾਬ ਜਿਹੜੇ ਤੁਸੀਂ ਕੰਫਰਟੇਬਲੀ ਦੇ ਸਕੋ। ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ, ਲਾਰੈਂਸ ਬਿਸ਼ਨੋਈ ਤੇ ਤੁਸੀਂ ਕਹਿੰਦੇ ਕਹਾਣੀ ਮੁੱਕਦੀ ਨਹੀਂ, ਉਹਦੇ ਪਿੱਛੇ ਹੈ, ਉਹਦੇ ਪਿੱਛੇ ਵੀ ਜਾਣਾ ਪਊਗਾ, ਉਹ ਇਨਵੈਸਟੀਗੇਸ਼ਨ ਦਾ ਹਿੱਸਾ। ਅਸੀਂ ਉਧਰ ਨਹੀਂ ਜਾਂਦੇ। ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ, ਲਾਰੈਂਸ ਬਿਸ਼ਨੋਈ ਦਾ ਨਾਮ ਜੁੜਦਾ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਨਾਲ। ਇਹ ਉਹੀ ਲਾਰੈਂਸ ਹੈ ਜਿੰਦਾ ਨਾਮ ਜੁੜਦਾ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ। ਕੀ ਤੁਸੀਂ ਇਹਨਾਂ ਦੋਨਾਂ ਕਰੈਕਟਰ ਨੂੰ ਚੱਕ ਕੇ ਇਹ ਸੋਚ ਰਹੇ ਹੋ ਕਿ ਇਹ ਮਾਈਨੋਰਟੀ ਦੇ ਵਿਰੁੱਧ ਇੱਕ ਤਰ੍ਹਾਂ ਦਾ ਕੋਈ ਪ੍ਰੋਪੇਗੈਂਡਾ ਖੜਾ ਕਰਨ ਦੀ ਕੋਸ਼ਿਸ਼ ਹੈ? ਕਿਉਂਕਿ ਸਿੱਧੂ ਮੂਸੇਵਾਲਾ ਉਹ ਮਾਈਨੋਰਟੀ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਸਲਮਾਨ ਖਾਨ ਹੈ ਉਹ ਵੀ ਮਾਈਨੋਰਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਤੁਹਾਨੂੰ ਲੱਗਦਾ ਲਾਰੈਂਸ ਬਿਸ਼ਨੋਈ ਦੇ ਕੇਸ ਦੇ ਵਿੱਚ ਉਹ ਮਾਈਨੋਰਿਟੀ ਦੇ ਬਜਾਏ ਉਹ ਬਿਸ਼ਨੋਈ ਕਮਿਊਨਿਟੀ ਨੂੰ ਮੈਂ ਜਿਹੜਾ ਸਵਾਲ ਹੋਰ ਐਡ ਕਰ ਰਿਹਾ, ਕਿਉਂਕਿ ਸ਼ਹੀਦ ਭਗਤ ਸਿੰਘ ਦੀ ਪਿਸਟਲ ਬਾਰੇ ਤੁਸੀਂ ਗੱਲ ਕੀਤੀ ਹੈ। ਜਦੋਂ ਲਾਰੈਂਸ ਦਾ ਇੰਟਰਵਿਊ ਸਾਡੇ ਸਾਹਮਣੇ ਆਉਂਦਾ ਤਾਂ ਜੋ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਆ ਜਿਹੜਾ ਉਹ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਤਾਂ ਸਵਾਲ ਕਰ ਰਿਹਾ। ਬਿਲਕੁਲ ਸਹੀ, ਬਿਲਕੁਲ ਸਹੀ। ਐਕਚੁਅਲ ਦੇ ਵਿੱਚ ਜੋ ਮੇਰੀ ਥਿਊਰੀ ਸੀ ਨਾ ਕਿ ਲਾਰੈਂਸ ਬਿਸ਼ਨੋਈ ਦੇ ਪਿੱਛੇ ਫੋਰਸਿਸ ਨੇ, ਉਹ ਉਸ ਇੰਟਰਵਿਊ ਨੇ ਪ੍ਰੂਵ ਕੀਤੀ ਹੈ। ਬਿਕੋਜ਼ ਪੰਜਾਬ ਦੇ ਜੇਲ੍ਹ 'ਚ ਤੁਸੀਂ ਵੀ ਜਰਨਲਿਸਟ ਹੈਗੇ ਹੋ, ਤੇ ਪੰਜਾਬ ਦੇ ਜੇਲ੍ਹ ਦੇ ਵਿੱਚ ਕਿੰਨਾ ਦੱਸੋ ਕਿੰਨਾ ਸੌਖਾ ਹੈ ਇੰਟਰਵਿਊ ਕਰਨਾ ਕਿਸੇ ਦੀ। ਤੁਹਾਨੂੰ ਕਿੰਨੇ ਚੈਨਲਸ ਦੇ ਥਰੂ ਜਾਣਾ ਪੈਂਦਾ ਆਫੀਸ਼ੀਅਲ ਇੰਟਰਵਿਊ ਕਰਨ ਲਈ। ਤੁਸੀਂ ਇੰਟਰਵਿਊ ਤਾਂ ਹੀ ਕਰ ਸਕਦੇ ਹੋ ਜੇ ਤੁਹਾਨੂੰ ਹੋਮ ਅਫੇਅਰਸ ਤੋਂ ਪਰਮਿਸ਼ਨ ਮਿਲੇ, ਉਹ ਵੀ ਤੁਹਾਨੂੰ ਮਿਲਦੀ ਨਹੀਂ ਹੈ। ਫਿਰ ਦੂਜਾ ਤਰੀਕਾ ਹੈ ਕਿ ਤੁਹਾਨੂੰ ਕ੍ਰਿਮੀਨਲ ਗੈਂਗਸਟਰ ਅੰਦਰੋਂ ਖੁਦ ਇੰਟਰਵਿਊ ਦੇਵੇ। ਫੋਨ ਤਾਂ ਇਲੀਗਲ ਹੈ, ਹਰ ਜਗ੍ਹਾ ਫੋਨ ਚੱਲਦੇ ਨਹੀਂ। ਹੁਣ ਲਾਰੈਂਸ ਬਿਸ਼ਨੋਈ ਦੀ ਬੈਕ ਟੂ ਬੈਕ 2 ਇੰਟਰਵਿਊਜ਼ ਹੋਈਆਂ ਨੇ। ਦੋਵੇਂ ਇੰਟਰਵਿਊਜ਼ ਦੇ ਜੋ ਕੱਪੜੇ ਵੱਖਰੇ ਨੇ,
ਦੋਵੇਂ ਇੰਟਰਵਿਊਜ਼ ਦੀ ਆਡੀਓ ਵੀਡੀਓ ਕੁਆਲਿਟੀ ਤੁਸੀਂ ਦੇਖੋ, ਸਟੂਡੀਓ ਆਡੀਓ ਵੀਡੀਓ ਕੁਆਲਿਟੀ ਤੁਸੀਂ ਜ਼ਿਆਦਾ ਜਾਣਦੇ ਹੋ ਉਸ ਦੇ ਮੇਰੇ ਬਾਰੇ। ਉਹਦੀ ਕਿਤੇ ਵੀ ਤੁਹਾਨੂੰ ਬੈਕਗਰਾਊਂਡ ਨੋਇਸ, ਚਲੋ ਤੁਹਾਡੇ ਕੋਲ ਨੋਇਸ ਬ੍ਰੇਕਿੰਗ ਇਕਵਿਪਮੈਂਟਸ ਹੈਗੇ ਨੇ, ਪਰ ਲਾਈਟ ਦਾ ਤੁਸੀਂ ਕੀ ਕਰੋਗੇ? ਜੇਲ੍ਹ ਦੇ ਵਿੱਚ ਇੰਨੀ ਬ੍ਰਾਈਟ ਲਾਈਟ ਆ ਰਹੀ ਹੈ। ਫਿਰ ਉਹ ਬੜੇ ਆਰਾਮ ਨਾਲ ਇੰਟਰਵਿਊ ਦੇ ਰਿਹਾ। ਤੇ ਹੁਣ ਆਲਮੋਸਟ 4 ਮਹੀਨੇ ਹੋਣ ਵਾਲੇ ਨੇ, ਪੰਜਾਬ ਪੁਲਿਸ ਇਹ ਨਹੀਂ ਦੱਸ ਪਾਈ ਕਿ ਉਹ ਇੰਟਰਵਿਊ ਹੋਈ ਕਿੱਥੇ। ਅਤੇ ਉਸ ਇੰਟਰਵਿਊ ਨੂੰ ਉਸਨੇ ਲਾਰੈਂਸ ਬਿਸ਼ਨੋਈ ਨੇ ਆਪਣੇ ਆਪ ਨੂੰ ਭਗਤ ਸਿੰਘ ਦਾ ਤੇ ਦੂਜਾ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰਾ ਤਾਂ ਕਿਤੇ ਹੱਥ ਨਹੀਂ, ਮੇਰਾ ਕੁਝ ਨਹੀਂ। ਉਸ ਇੰਟਰਵਿਊ ਤੋਂ ਇਮੀਡੀਏਟਲੀ ਬਾਅਦ ਤੁਹਾਨੂੰ ਖਬਰ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਭਗਤ ਸਿੰਘ ਦੀਆਂ ਟੀ-ਸ਼ਰਟਸ ਪਾਉਣੀਆਂ ਚਾਹੁੰਦਾ ਹੈ, ਪਰ ਜੇਲ੍ਹ ਤਿਹਾੜ ਜੇਲ੍ਹ ਵਾਲੇ ਉਹਨੂੰ ਪਾਉਣ ਨਹੀਂ ਦੇਣਾ ਚਾਹ ਰਹੇ। ਸੋ ਇਹ ਸਾਰੇ ਐਫਰਟਸ ਨੇ ਇੱਕ ਇਮੇਜ ਮੇਕਓਵਰ ਦੇ। ਹੁਣ ਉਹ ਇਮੇਜ ਮੇਕਓਵਰ ਇੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੈਲਪ ਕਰਨ ਦੇ ਲਈ ਹੈ, ਜਾਂ ਉਹ ਇਮੇਜ ਮੇਕਓਵਰ ਇੱਕ ਮਾਈਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕਰਨ ਵਾਲੇ ਲਾਰੈਂਸ ਬਿਸ਼ਨੋਈ ਲਈ ਹੈ। ਤੁਹਾਨੂੰ ਇਸ ਥਿਊਰੀ ਤੇ ਵਿਸ਼ਵਾਸ ਹੈ ਜਾਂ ਨਹੀਂ? ਇਹਨਾਂ ਸਮਾਂ ਆਪਾਂ ਨੂੰ ਦੱਸੇਗਾ ਵੀ ਇਹਨਾਂ ਦੋਵਾਂ ਵਿੱਚੋਂ ਕੀ ਗੈਂਗਸਟਰ ਦੀ ਹੈਲਪ ਕੀਤੀ ਜਾ ਰਹੀ ਹੈ ਜਾਂ ਮਾਈਨੋਰਿਟੀ ਕਮਿਊਨਿਟੀਜ਼ ਦੇ ਖਿਲਾਫ ਕੀਤੀ ਜਾ ਰਹੀ ਹੈ। ਮਾਈਨੋਰਿਟੀ ਵਾਲੀ ਥਿਊਰੀ ਨੂੰ ਰਿਜੈਕਟ ਨਹੀਂ ਕਰ ਰਹੇ? ਤੁਸੀਂ ਇਸ ਵਕਤ ਕੁਝ ਨਹੀਂ ਰਿਜੈਕਟ ਕਰ ਸਕਦੇ ਜਦ ਤੱਕ ਇਹ ਕੇਸ ਸਿਰੇ ਨਹੀਂ ਚੜਦਾ ਨਾ, ਤੁਸੀਂ ਕੁਝ ਵੀ ਰਿਜੈਕਟ ਨਹੀਂ ਕਰ ਸਕਦੇ। ਈਵਨ ਪੁਲਿਸ ਵੀ ਨਹੀਂ ਕਰ ਰਹੀ। ਪੁਲਿਸ ਨੇ ਔਨ ਆਫੀਸ਼ੀਅਲੀ ਉਹਨਾਂ ਦਾ ਰਿਕਾਰਡ ਹੈ, ਮੈਂ ਹਰੇਕ ਨੂੰ ਔਨ ਰਿਕਾਰਡ ਲੈ ਕੇ ਆਇਆ ਹਾਂ ਕਿ ਦਿਸ ਇਨਵੈਸਟੀਗੇਸ਼ਨ ਇਜ਼ ਓਪਨ। ਚਲੋ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ? ਜ਼ਰੂਰ ਸਰ, ਇੱਕ ਹੋਰ ਛੋਟਾ ਬ੍ਰੇਕ ਤੋਂ ਵਾਪਸ ਆ ਕੇ ਕੁਝ ਸਵਾਲ ਹੋਰ ਬਾਕੀ ਹੈ ਤੇ ਵਾਪਸ ਆ ਕੇ ਲਵਾਂਗੇ ਜੀ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਜਪਿੰਦਰ ਜੀ ਸਾਡੇ ਨਾਲ ਨੇ। ਜਪਿੰਦਰ ਜੀਤ ਨੇ, ਮੈਂ ਬਹੁਤ ਵਾਰ-ਵਾਰ ਕਹਿ ਚੁੱਕਿਆ ਕਿ ਬਹੁਤ ਸਾਰੇ ਸਵਾਲ ਕੀਤੇ, ਪਰ ਅੱਜ ਜਪਿੰਦਰ ਜੀ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਪਿੰਦਰ ਜੀ, ਕਿਸੇ NRI ਦਾ ਕਨੈਕਸ਼ਨ ਹੈ ਵਿੱਚ? NRI ਦਾ ਕਨੇ ਆਫ ਕੋਰਸ ਉਹ ਤਾਂ ਗੋਲਡੀ ਬਰਾਰ ਕੈਨੇਡਾ ਵਿੱਚ ਹੈ, ਉਸਨੇ ਤਾਂ ਮੰਨੇ ਹੋਇਆ। ਰਿੰਦੇ ਦਾ ਵੀ ਨਾਮ ਹੈ? ਰਿੰਦੇ ਦਾ NIA ਨੇ ਨਾਮ ਲਿੱਤਾ ਹੈ ਉਸ ਦੇ ਵਿੱਚ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਿਹਾ ਹੈਗਾ ਕਿ ਰਿੰਦੇ ਨੇ ਆਮ ਸਪਲਾਈ ਕੀਤੇ। ਤੁਹਾਨੂੰ ਉਹ 4 ਚਿਹਰਿਆਂ ਤੋਂ ਇਲਾਵਾ ਹੋਰ ਕੋਈ ਚਿਹਰਾ ਯਾਦ ਆ ਰਿਹਾ? ਇਹਦੇ 4 ਚਿਹਰੇ ਅਨਮੋਲ ਬਿਸ਼ਨੋਈ, ਸਚਿਨ ਥਾਪਨ, ਰਿੰਦਾ ਐਂਡ ਲਾਰੈਂਸ ਬਿਸ਼ਨੋਈ, ਇਹ 4 ਨੇ। ਮਿਊਜ਼ਿਕ ਇੰਡਸਟਰੀ ਦਾ ਵੀ ਨਾਮ ਹੈ, ਮਿਊਜ਼ਿਕ ਇੰਡਸਟਰੀ ਦਾ, ਪਰ ਮਿਊਜ਼ਿਕ ਇੰਡਸਟਰੀ ਦਾ ਨਾਂ ਐਜ਼ ਐਨ ਅਕਿਊਜ਼ਡ ਨਹੀਂ ਹੈ, ਉਹਨਾਂ ਦਾ ਐਜ਼ ਸਸਪੈਕਟ ਹੈ। ਜੋ ਪੁਲਿਸ ਚਲਾਨ ਪੇਸ਼ ਹੋਇਆ 31 ਬੰਦਿਆਂ ਦਾ, ਉਹਦੇ ਵਿੱਚ ਕਿਸੇ ਵੀ ਮਿਊਜ਼ਿਕ ਇੰਡਸਟਰੀ ਵਾਲੇ ਦਾ ਨਾਂ ਨਹੀਂ। ਮੈਂ 3 ਦੀਪ ਦਾ ਜ਼ਿਕਰ ਕੀਤਾ। ਤਿੰਨਾਂ ਦੀ ਥਿਊਰੀ ਵੱਖ-ਵੱਖ ਹੋ ਸਕਦੀ ਹੈ, ਪਰ ਸੰਦੀਪ ਨੰਗਲ ਅੰਬੀਆ ਤੇ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਕੋਈ ਕੜੀ ਜੁੜਦੀ? ਉਹਨਾਂ ਦੋਵਾਂ ਦੇ ਜਿਹੜੇ ਸ਼ੂਟਰਸ ਸੀਗੇ, ਉਹਨਾਂ ਚੋਂ ਕੁਝ ਹਰਿਆਣੇ ਦੇ ਸੀਗੇ, ਇੱਕ ਤਾਂ ਇੱਕ ਇਹ ਕੜੀ ਹੈਗੀ ਹੈ। ਇੱਕ ਉਹਦੇ ਵਿੱਚ ਜਿਹੜਾ ਗੈਂਗਸਟਰਸ ਦਾ ਫੀਫਡਮ ਹੈ, ਬਿਕੋਜ਼ ਨਾਂਬੀਆਂ ਦਾ ਮਰਡਰ ਤਾਂ ਕਿਉਂਕਿ ਉਹ ਇੱਕ ਗੈਂਗਸਟਰ ਦੀ ਹੀ ਕਬੱਡੀ ਲੀਗ ਚਲਾ ਰਿਹਾ ਸੀਗਾ, ਤੇ ਜਿਹੜਾ ਕਿ ਉਸ ਨੂੰ ਬਾਰ-ਬਾਰ ਦੂਜੇ ਗੈਂਗਸਟਰ ਨੇ ਵਾਰਨ ਕੀਤਾ ਸੀ ਕਿ ਤੂੰ ਇਸ ਨੂੰ ਨਾ ਚਲਾ, ਇਸ ਨੂੰ ਬੰਦ ਕਰ। ਸੋ ਜਿਵੇਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਪੰਜਾਬ ਦਾ ਜਿਹੜਾ ਉਹ ਪਿਛਲਾ ਦੌਰ ਹੈ ਜਿੱਥੋਂ ਮੂਸੇਵਾਲਾ ਉੱਠਿਆ, ਜਿਸ 'ਚ ਡਰੱਗਸ ਉੱਠੇ ਨੇ, ਉਸੇ ਦੌਰ 'ਚ ਕਬੱਡੀ ਵੀ ਉੱਠੀ ਹੈ। ਉਹ ਸਡਨਲੀ ਉੱਠੀ ਹੈ ਤੇ ਕਬੱਡੀ 'ਚ ਬਹੁਤ ਪੈਸਾ ਹੈ। ਔਨ ਦੀ ਫੇਸ ਆਫ ਇਟ ਆਪਾਂ ਨੂੰ ਲੱਗਦਾ 50,000 ਦਾ ਇਨਾਮ ਮਿਲ ਗਿਆ, 30,000 ਦਾ ਇਨਾਮ ਮਿਲ ਗਿਆ, 1.5 ਲੱਖ ਦਾ ਵੀ ਮਿਲ ਗਿਆ, ਤੇ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਬੈਟਿੰਗ ਹੈਗੀ ਇਨਵੋਲਵਡ ਹੈ, ਬਹੁਤ ਜ਼ਿਆਦਾ ਫਿਕਸਿੰਗ ਇਨਵੋਲਵ ਹੈ। ਤੁਹਾਡੇ ਜਵਾਬ ਅੱਜ ਦੀ ਤਰੀਕ ਵਿੱਚ ਕੁਝ ਅਧੂਰੇ ਜਾਪ ਰਹੇ ਆ ਮੈਨੂੰ। ਇਹ ਪੂਰੇ ਹੋਣਗੇ ਜਦੋਂ ਇਹ ਇਨਵੈਸਟੀਗੇਸ਼ਨ ਅੱਗੇ ਵਧੂਗੀ ਜਪਿੰਦਰ, ਮੈਨੂੰ ਵਿਸ਼ਵਾਸ ਹੈ। ਪਰ ਮੇਰਾ ਸਵਾਲ ਹੈ, ਜਦੋਂ ਅਸੀਂ ਵਰਿੰਦਰ ਦਾ ਜ਼ਿਕਰ ਕਰਦੇ ਹਾਂ, ਚਮਕੀਲੇ ਦਾ ਜ਼ਿਕਰ ਕਰਦੇ ਹਾਂ, ਜਦੋਂ ਦਿਲਸ਼ਾਦ ਅਖਤਰ ਹਰਾਂ ਦਾ ਜ਼ਿਕਰ ਕਰਦੇ ਹਾਂ, ਇਹ ਉਹ ਇੰਡਸਟਰੀ ਹੈ ਸਾਰੀ ਜਿਹੜੀ ਕਿਸੇ ਨਾ ਕਿਸੇ ਰੂਪ ਵਿੱਚ ਹਥਿਆਰਾਂ ਦਾ ਸ਼ਿਕਾਰ ਹੋਈ ਹੈ ਜਾਂ ਦਹਿਸ਼ਤਗਰਦੀ ਦਾ ਸ਼ਿਕਾਰ ਹੋਈ ਹੈ। ਕੀ ਤੁਸੀਂ ਸਿੱਧੂ ਮੂਸੇਵਾਲੇ ਦਾ ਮਰਡਰ ਉਸ ਕੜੀ ਦਾ ਹਿੱਸਾ ਮੰਨਦੇ ਹੋ ਜਾਂ ਨਹੀਂ? ਬਿਲਕੁਲ। ਈਵਨ ਚਮਕੀਲੇ ਦਾ ਮਰਡਰ ਵੀ ਉਸਦੀ ਆਵਾਜ਼ ਬੰਦ ਕਰਨ ਨੂੰ ਹੋਈ ਹੈ, ਪਾਸ਼ ਦਾ ਮਰਡਰ ਵੀ ਉਹਦੀ ਆਵਾਜ਼ ਬੰਦ ਕਰਨ ਨੂੰ ਹੋਈ ਹੈ, ਸੋ ਮੂਸੇਵਾਲਾ ਦਾ ਵੀ ਉਸਦੀ ਆਵਾਜ਼ ਬੰਦ ਕਰਨ ਨੂੰ ਹੋਈ ਹੈ, ਦੀ ਟੂ ਸਟਿਫਲ ਹਿਜ਼ ਵੌਇਸ। ਡੈਫੀਨੇਟ ਹੈਗੀ ਇਹ ਗੱਲ। ਤਾਂ ਮੇਰੇ ਸਵਾਲਾਂ ਦੇ, ਤੁਹਾਡੇ ਸਵਾਲਾਂ ਦੇ ਮੇਰੇ ਕੋਲ ਜਵਾਬ ਹੈ, ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਸ਼ਾਇਦ ਥੋੜਾ ਸਮਾਂ ਵੇਟ ਕਰਨਾ ਪਏਗਾ। ਯਾਨੀ ਕਿ ਇੱਕ ਹੋਰ ਇੰਟਰਵਿਊ ਤੁਹਾਡੀ ਕਰਾਂ ਮੈਂ? ਜ਼ਰੂਰ, ਕਿਉਂਕਿ ਇਸ ਕਿਤਾਬ ਦਾ ਸੀਕੁਅਲ ਜ਼ਰੂਰ ਆਏਗਾ ਤੇ ਇਸ ਕਿਤਾਬ ਤੇ ਇਨਵੈਸਟੀਗੇਸ਼ਨ ਤੇ ਰਿਸਰਚ ਚੱਲਦੀ ਰਹੇਗੀ। ਮੈਨੂੰ ਲੱਗਦਾ ਉਹ ਤੱਕ ਤੁਹਾਡੀ ਕਿਤਾਬ ਤੇ ਕੋਈ ਫਿਲਮ ਬਣਨੀ ਸ਼ੁਰੂ ਹੋ ਜਾਣੀ ਹੈ। ਆਈ ਡੋਂਟ ਨੋ, ਇਸ ਦਾ ਮਤਲਬ ਕੁਝ ਨਹੀਂ ਕਹਿ ਸਕਦਾ ਮੈਂ। ਇਸ ਤੋਂ ਪਹਿਲਾਂ ਇੱਕ ਕਿਤਾਬ ਦੀ ਹੋਈ ਹੈ ਸ਼ੁਰੂ? ਨਹੀਂ। ਜੱਸੀ ਵਾਲੀ ਬੁੱਕ ਦੀ ਹੋਈ ਹੈ, ਪਰ ਉਹਦੇ ਵਿੱਚ ਮੇਰੀ ਬੁੱਕ ਨਹੀਂ ਇਨਵੋਲਵਡ ਹੈ। ਬੁੱਕ ਦਾ ਉਹਨਾਂ ਨੇ ਹੈਲਪ ਲਿੱਤੀ ਹੈ, ਬਟ ਉਹ ਆਫੀਸ਼ੀਅਲੀ ਹੈਲਪ ਨਹੀਂ ਹੈ। ਯਾਨੀ ਕਿ ਹੈਲਪ ਇਸ ਬੁੱਕ ਦੀ ਵੀ ਮਿਲੂਗੀ ਜਦੋਂ ਕਿਸੇ ਨੇ ਕੋਈ ਇੰਤਕਾਮ ਕਰਨਾ ਹੈ ਜਾਂ ਕਿਸੇ ਨੇ ਕੋਈ ਰਿਸਰਚ ਕਰਨੀ ਹੈ ਜਾਂ ਕੋਈ ਡਾਕੂਮੈਂਟਰੀ ਬਣਾਉਣੀ ਜਾਂ ਕੋਈ ਫਿਲਮ ਬਣਾਉਣੀ ਹੈ? ਯੈਸ। ਦੇਖੋ, ਇਹ ਹੈ ਕਿ ਨਿਊਜ਼ਪੇਪਰ ਤੋਂ ਪਾਵਰਫੁਲ ਮੀਡੀਅਮ ਹੈ ਕਿਤਾਬ, ਕਿਤਾਬ ਤੋਂ ਪਾਵਰਫੁਲ ਮੀਡੀਅਮ ਹੈ ਸਿਨੇਮਾ।
ਹੁਣ ਕਿਤਾਬ ਦੇ ਵਿੱਚ ਉਹ ਮੇਰਾ ਕੰਟਰੋਲ ਸੀ, ਮੇਰੀ ਕਿਤਾਬ ਹੈ, ਮੈਂ ਇੱਕ ਇੱਕ ਸ਼ਬਦ ਇੱਕ ਇੱਕ ਲਾਈਨ ਦੇ ਲਈ ਜ਼ਿੰਮੇਵਾਰ ਹੈਗਾ। ਫਿਰ ਉਹਦੇ ਵਿੱਚ ਬਰੇਵਰੀ ਕਰੇਜ ਹੈਗੀ ਹੈ ਮੇਰੇ ਪਬਲਿਸ਼ਰ ਦੀ, ਵੈਸਟਲੈਂਡ ਪਬਲਿਸ਼ਰਸ ਵਾਲਿਆਂ ਦੀ, ਜਿਨ੍ਹਾਂ ਨੇ ਉਸ ਕਿਤਾਬ ਨੂੰ ਛਾਪਿਆ। ਐਂਡ ਹੁਣ ਜਿਹੜਾ ਬੰਦਾ ਫਿਲਮ ਬਣਾਏਗਾ ਉਹ ਉਸ ਦੀ ਜ਼ਿੰਮੇਵਾਰੀ ਹੋਏਗੀ ਕਿ ਉਹ ਫਿਲਮ ਨੂੰ ਕਿੱਦਾਂ ਦੀ ਪੁਖਤਾ ਬਣਾਉਂਦਾ। ਬਿਕੋਜ਼ ਜੋ ਮੇਰਾ ਰਾਈਟਰਸ ਤੇ ਫਿਲਮ ਮੇਕਰਸ ਦੇ ਨਾਲ ਐਕਸਪੀਰੀਅੰਸ ਰਿਹਾ ਹੈ ਤਾਂ ਉਹਦੇ ਨਾਲ ਤਾਂ ਰਾਈਟਰ ਬਹੁਤ ਘੱਟ ਖੁਸ਼ ਹੁੰਦੇ ਨੇ, ਬਿਕੋਜ਼ ਫਿਲਮਸ ਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਪੋਇਟਿਕ ਲਾਇਸੈਂਸ ਲੈ ਲੈਂਦੇ ਹੋ, ਇਹਨੇ ਲਿਬਰਟੀਜ਼ ਲੈ ਲੈਂਦੇ ਹੋ ਕਿ ਜਿਹੜੀ ਸੱਚ ਹੈ ਨਾ ਉਹਨੂੰ ਤੋੜ ਮਰੋੜ ਕੇ ਪੇਸ਼ ਕਰ ਲੈਂਦੇ ਹੈਗੇ। ਸੋ ਫਿਲਮ ਦਾ ਆਈ ਐਮ ਨਾਟ ਸ਼ੋਰ ਕਿ ਕਿੰਨਾ ਕੁ ਜਸਟਿਸ ਕਰੇਗੀ। ਚਲੋ ਮਤਲਬ ਬਹੁਤ ਚੈਲੰਜ, ਕੋਈ ਇਹੋ ਜਿਹਾ ਫਿਲਮ ਮੇਕਰ ਬਣਾਏਗਾ ਜੋ ਗੁਰਦਾ ਰੱਖਦਾ ਹੋਏਗਾ, ਜੋ ਸਾਰੀ ਗੱਲ ਨੂੰ ਸਮਝਾ ਸਕੇ। ਇਹ ਬਹੁਤ ਵੱਡਾ ਸਵਾਲ ਖੜਾ ਕਰਤਾ ਤੁਸੀਂ। ਤੁਸੀਂ ਜਦੋਂ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ ਤੁਹਾਨੂੰ ਵੀ ਲੱਗਿਆ ਸੀ ਜੇ ਗੁਰਦਾ ਹੈਗਾ ਤਾਂ ਮੈਂ ਲਿਖੂੰਗਾ? ਹਾਂ, ਮਤਲਬ ਮੇਰੀ ਡਿਊਟੀ ਹੈ, ਮੈਂ ਕ੍ਰਾਈਮ ਰਿਪੋਰਟਰ ਹਾਂ, ਮੈਂ ਪੰਜਾਬ ਨੂੰ ਇੱਕ ਮਾਈਕਰੋਸਕੋਪ ਨਾਲ ਵੀ ਆਬਜ਼ਰਵ ਕਰ ਰਿਹਾ, ਮੈਂ ਪੰਜਾਬ ਨੂੰ ਇੱਕ ਸੈਟੇਲਾਈਟ ਤੋਂ ਵੀ ਦੇਖ ਰਿਹਾ ਹੈਗਾ, ਮੈਂ ਦੂਰੋਂ ਵੀ ਦੇਖ ਰਿਹਾ, ਮੈਂ ਨੇੜੋਂ ਵੀ ਦੇਖ ਰਿਹਾ। ਜੇ ਮੈਂ ਹੀ ਨਹੀਂ ਲਿਖਾਂਗਾ ਤਾਂ ਕੌਣ ਲਿਖੇਗਾ ਨਾ। ਇਨਫੈਕਟ ਇੰਡੀਆ ਦੇ ਵਿੱਚ ਤਾਂ ਬਾਹਰਲੇ ਕੰਟਰੀਜ਼ ਵਿੱਚ ਤਾਂ ਜਰਨਲਿਸਟ ਬਹੁਤ ਜਲਦੀ ਕਿਤਾਬਾਂ ਲਿਖਦੇ ਨੇ। ਆਪਣੇ ਤਾਂ ਇਹ ਪਿਛਲੇ ਥੋੜੇ ਸਮੇਂ ਤੋਂ ਹੀ ਜ਼ਿਆਦਾ ਰੁਝਾਨ ਆਇਆ ਹੈਗਾ ਤੇ ਬਹੁਤ ਜ਼ਰੂਰੀ ਹੈ ਕਿਤਾਬਾਂ ਲਿਖਣਾ। ਅਦਾਰੇ ਨੇ ਕਿਹਾ ਨਹੀਂ ਜੋਗਿੰਦਰਜੀਤ ਕੀ ਪੰਗਾ ਲੈ ਰਹੇ ਹੋ? ਨਹੀਂ, ਅਦਾਰੇ ਦੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜੀ, ਮੇਰੇ ਐਡੀਟਰ ਸਾਹਿਬ ਨੇ ਮੇਰੀ ਬਹੁਤ ਸਪੋਰਟ ਕੀਤੀ ਹੈਗੀ ਹੈ ਐਂਡ ਪੂਰੀ ਉਹਨਾਂ ਨੇ ਹੈਲਪ ਕੀਤੀ ਹੈ। ਸੋ ਕਈ ਜਗ੍ਹਾ ਮੈਨੂੰ ਲੱਗਿਆ ਕਿ ਮੈਂ ਕਿਤੇ ਕਿਸੇ ਐਥੀਕਲ ਕੁਐਸਚਨਸ ਤੁਸੀਂ ਫਸ ਜਾਂਦੇ ਹੋ, ਕਿਸੇ ਲੀਗਲ ਕੁਐਸਚਨਸ ਫਸ ਜਾਂਦੇ ਹੋ, ਤਾਂ ਮੇਰੇ ਸੀਨੀਅਰਸ ਨੇ ਮੇਰੀ ਬਹੁਤ ਹੈਲਪ ਕੀਤੀ। ਦੋਸਤਾਂ ਮਿੱਤਰਾਂ ਨੇ ਨਹੀਂ ਕਿਹਾ ਜੋਗਿੰਦਰ ਕਿਹੜੇ ਰਾਹ ਤੁਰ ਪਿਆ? ਐਕਚੁਅਲੀ ਦੋਸਤਾਂ ਮਿੱਤਰਾਂ ਤੱਕ ਟਾਈਮ ਹੀ ਨਹੀਂ ਲੱਗਿਆ, ਬਿਕੋਜ਼ ਸਿਰਫ ਮੁਸ਼ਕਿਲ ਨਾਲ 5 ਬੰਦਿਆਂ ਨੂੰ ਪਤਾ ਸੀ, ਇੰਕਲੂਡਿੰਗ ਮਾਈ ਪਬਲਿਸ਼ਰ, ਕਿ ਇਹ ਕਿਤਾਬ ਲਿਖੀ ਜਾ ਰਹੀ ਹੈ। ਮੁਸ਼ਕਿਲ ਨਾਲ 5 ਬੰਦਿਆਂ ਨੂੰ। ਕਿਉਂ ਗੁਪਤ ਰੱਖਣਾ ਪਿਆ? ਇਸੇ ਕਰਕੇ ਇਸ ਤੋਂ ਜ਼ਿਆਦਾ ਸੈਂਸਿਟਿਵ ਕਿਤਾਬ ਮੈਂ ਤਾਂ ਲਿਖੀ ਨਹੀਂ। ਦੇਖੋ, ਹੋ ਸਕਦਾ ਬਾਕੀਆਂ ਨੇ ਲਾਈਫ 'ਚ ਬਹੁਤ ਕੁਝ ਕੀਤਾ ਹੋਵੇ, ਪਰ ਇਸ ਕਿਤਾਬ ਨੂੰ ਇੱਕ ਫੀਲਿੰਗ ਸੀਗੀ ਕਿ ਜਾਂ ਤਾਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਇਸ ਨੂੰ ਕਿਸੇ ਹੋਰ ਡਾਇਰੈਕਸ਼ਨ 'ਚ ਕਰਨ ਦੀ ਦਿੱਤੀ ਜਾਏਗੀ। ਇਨਫੈਕਟ ਮੈਂ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਤੇ ਮੈਂ ਉਹਨਾਂ ਤੋਂ ਵੀ ਪ੍ਰੋਮਿਸ ਲਿੱਤਾ ਸੀ ਕਿ ਤੁਸੀਂ ਇਹਨੂੰ ਆਪਣੇ ਤੱਕ ਰੱਖੋਗੇ। ਜੋਗਿੰਦਰ, ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਸੀਗੇ, ਜਿਹੜੇ ਸਿੱਧੂ ਮੂਸੇਵਾਲੇ ਦੇ ਕੰਟੈਕਟ ਹੈ ਬਾਹਰਲੀ ਕੰਟਰੀਜ਼ ਦੇ ਵਿੱਚ, ਵੱਡੇ ਵੱਡੇ ਨਾਮ ਹੈ, ਵੱਡੇ ਵੱਡੇ ਰੈਪਰ ਹੈ ਜਿਹੜਾ ਜ਼ਿਕਰ ਕਰਦੇ ਸਿੱਧੂ ਮੂਸੇਵਾਲੇ ਬਾਰੇ, ਉਹਨਾਂ ਨਾਲ ਗੱਲ ਕੀਤੀ? ਮੈਂ ਆਪਣੇ ਵੱਲੋਂ ਬਹੁਤ ਲੋਕਾਂ ਨਾਲ ਗੱਲ ਕੀਤੀ ਹੈ, ਪਰ ਉਹਨਾਂ ਵਿੱਚੋਂ ਕਈਆਂ ਨੇ ਆਪਣਾ ਨਾਮ ਨਾ ਦੱਸਣ ਦੀ ਮੇਰੇ ਤੋਂ ਪ੍ਰੋਮਿਸ ਲਿੱਤਾ ਹੋਇਆ। ਸੋ ਮੈਂ ਸਿੰਪਲੀ ਪੁੱਛ ਰਿਹਾ, ਫੋਰਨ ਰੈਪਰਸ ਨਾਲ ਗੱਲ ਹੋਈ? ਹਾਂ, ਮੇਰੀ ਕਾਫੀ ਸਿੰਗਰਸ ਨਾਲ ਗੱਲ ਹੋਈ ਹੈ ਇਹਦੇ ਵਿੱਚ। ਮੈਂ ਮਤਲਬ ਇੰਡਸਟਰੀ ਦੇ ਬਹੁਤ ਲੋਕਾਂ ਨਾਲ ਮੈਂ ਗੱਲ ਕੀਤੀ ਹੈ, ਬਹੁਤ ਮੁਸ਼ਕਿਲ ਸੀ ਉਹਨਾਂ ਨਾਲ ਗੱਲ ਕਰਨੀ ਐਂਡ ਪਰ ਉਸ ਦਾ ਜਿਹੜਾ ਮੰਨ ਗਿਆ ਕਿ ਤੁਸੀਂ ਮੇਰੀ ਗੱਲ ਲਿਖ ਸਕਦੇ ਹੋ, ਉਸ ਦਾ ਨਾਂ ਉਹਦੇ ਵਿੱਚ ਪਾਇਆ ਗਿਆ। ਜਿਸ ਨੇ ਕਿਹਾ ਕਿ ਤੁਸੀਂ ਮੇਰੀ ਇੰਟਰਵਿਊ ਦਾ ਹਵਾਲਾ ਨਹੀਂ ਦੇਣਾ, ਪਰ ਮੇਰੇ ਵੱਲੋਂ ਕਹੀ ਗਈ ਇਸ ਗੱਲ ਦਾ ਹਵਾਲਾ ਦੇ ਸਕਦੇ ਹੋ ਮੈਂ, ਬਿਕੋਜ਼ ਬੁੱਕ ਦੇ ਲਈ ਤਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਚਲੋ, ਬਾਹਰੋਂ ਬਹੁਤ ਲੋਕ ਆਏ ਸਿੱਧੂ ਮੂਸੇਵਾਲੇ ਦੇ ਘਰ ਜੀ, ਅੱਜ ਤੱਕ ਵੀ ਆ ਰਹੇ, ਬਹੁਤ ਫੈਨ ਫੋਲੋਇੰਗ ਹੈ, ਯਾਨੀ ਕਿ ਕਤਲ ਤੋਂ ਬਾਅਦ ਫੈਨ ਫੋਲੋਇੰਗ ਮੇਰਾ ਖਿਆਲ ਜ਼ਿਆਦਾ ਵਧੀ ਹੈ, ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ। ਸਾਡੀ ਇੰਡਸਟਰੀ ਡਰੀ ਹੋਈ ਹੈ ਆਫ ਕੋਰਸ। ਰੀਜ਼ਨ? ਮੈਨੂੰ ਇੱਕ ਪੁਲਿਸ ਹੈੱਡ ਕਾਂਸਟੇਬਲ ਨੇ ਗੱਲ ਦੱਸਿਆ ਸੀ, ਮੈਂ ਉਹਨੂੰ ਪੁੱਛਿਆ ਸੀ ਵੀ ਹੁਣ ਕੀ ਬਣੇਗਾ ਇਸ ਤੋਂ ਬਾਅਦ, ਵੀ ਪੰਜਾਬੀ ਇੰਡਸਟਰੀ ਗਿਰ ਜਾਏਗੀ ਜਾਂ ਕੀ ਹੈ। ਤਾਂ ਉਸਨੇ ਮੈਨੂੰ ਕਿਹਾ, ਯਾਰ ਇਹ ਮਰਡਰ ਨੇ ਗੈਂਗਸਟਰਾਂ ਦੇ ਹੱਥ ਦੇ ਵਿੱਚ ਪੂਰਾ ATM ਕਾਰਡ ਫੜਾ ਦਿੱਤਾ ਹੈ, ਜਿਸ ਮਰਜ਼ੀ ਤੋਂ ਜਿੱਥੇ ਮਰਜ਼ੀ ਉਹ ਕੈਸ਼ ਕਰਨ, ਕਿਉਂਕਿ ਜੇ ਉਹ ਸਿੱਧੂ ਮੂਸੇਵਾਲਾ ਨੂੰ ਐਡੀ ਬ੍ਰੇਜ਼ਨਲੀ 6 ਸ਼ੂਟਰਾਂ ਨਾਲ ਦਿਨ ਦਿਹਾੜੇ ਮਾਰ ਸਕਦੇ ਨੇ ਤਾਂ ਕੋਈ ਵੀ ਸੇਫ ਨਹੀਂ ਹੈ। ਸੋ ਇਹਦੇ ਕਰਕੇ ਡੈਫੀਨਿਟਲੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਡਰ ਹੈਗਾ, ਪੰਜਾਬੀ ਫਿਲਮ ਇੰਡਸਟਰੀ 'ਚ ਡਰ ਹੈ। ਜੋ ਮੁੰਬਈ ਅੰਡਰਵਰਲਡ ਦੀ, ਜੋ ਮੁੰਬਈ ਮਿਊਜ਼ਿਕ ਫਿਲਮ ਇੰਡਸਟਰੀ ਦਾ 1990s ਅੰਡਰਵਰਲਡ ਕਰਕੇ ਹੋਇਆ ਸੀ, ਮਾਫੀਆ ਕਰਕੇ ਹੋਇਆ ਸੀ, ਸੇਮ ਸਕੇਅਰ ਹੈ। ਪਰ ਜੋ ਇੱਕ ਪੰਜਾਬੀ ਰੈਜ਼ਿਲੀਅੰਸ ਹੈ ਨਾ, ਮੈਂ ਉਸ 'ਚ ਬਹੁਤ ਯਕੀਨ ਕਰਦਾ। ਜੇ ਕੋਈ ਗੈਂਗਸਟਰ ਪੰਜਾਬੀ ਹੈ ਤਾਂ ਫਿਲਮ ਮੇਕਰਸ ਵੀ ਪੰਜਾਬੀ ਨੇ। ਇੱਕ ਪੰਜਾਬੀ ਰੈਜ਼ਿਲੀਅੰਸ ਹੈ, ਜਦੋਂ ਵੀ ਕਿਸੇ ਚੀਜ਼ ਦੀ ਅੱਤ ਹੋ ਜਾਂਦੀ ਹੈ ਨਾ, ਤਾਂ ਉਹ ਇੱਕ ਪੰਜਾਬੀ ਇਨਡੋਮਿਟੇਬਲ ਸਪਿਰਿਟ ਹੈ ਨਾ, ਉਹ ਹਮੇਸ਼ਾ ਜਿੱਤਦੀ ਹੈ। ਜਦੋਂ ਜਪਿੰਦਰ ਤੁਸੀਂ ਇਹਨਾਂ ਦੇ ਫਾਦਰ ਮਦਰ ਨੂੰ ਮਿਲਦੇ ਹੋ, ਉਹ ਤੁਹਾਨੂੰ ਕੀ ਕਹਿੰਦੇ ਆ ਕਿਤਾਬ ਤੋਂ ਬਾਅਦ? ਕਿਤਾਬ ਤੋਂ ਬਾਅਦ ਮੈਂ ਉਹਨਾਂ ਦੇ ਫਾਦਰ ਸਾਹਿਬ ਨੂੰ ਨਹੀਂ ਮਿਲ ਪਾਇਆ,
ਉਹ ਬਾਹਰ ਗਏ ਹੋਏ ਸੀ, ਯੂਕੇ ਗਏ ਹੋਏ ਸੀ। ਜਦੋਂ ਆਏ ਤਾਂ ਕਾਫੀ ਉਹ ਬਿਜ਼ੀ ਰਹਿੰਦੇ, ਕਾਫੀ ਰੁਝਾਨ ਹੈ। ਮੈਂ ਉਹਨਾਂ ਦੀ ਮਦਰ ਨੂੰ ਜ਼ਰੂਰ ਮਿਲਿਆ, ਮੈਂ ਉਹਨਾਂ ਨੂੰ ਕਿਤਾਬ ਦਿੱਤੀ ਹੈ। ਐਂਡ ਉਸ ਕਿਤਾਬ ਵੇਲੇ ਮੇਰੇ ਨਾਲ ਮੇਰੇ ਫੋਟੋਗ੍ਰਾਫਰ ਸੀਗੇ, ਇੱਕ ਮੇਰੇ ਫਰੈਂਡ ਸੀਗੇ ਜਿਨ੍ਹਾਂ ਨੇ ਜਿਹੜੇ ਮੈਨੂੰ ਲੈ ਕੇ ਗਏ ਸੀਗੇ। ਤਾਂ ਮੈਨੂੰ ਸੀਗਾ ਕਿ ਅਸੀਂ ਇੱਕ ਫੋਟੋ ਲਵਾਂਗੇ ਉਹਨਾਂ ਦੇ ਨਾਲ ਤੇ ਵੀਡੀਓ ਬਣਾਵਾਂਗੇ, ਪਰ ਉਹਨਾਂ ਦੀ ਮਦਰ ਨੇ ਕਿਤਾਬ ਨੂੰ ਪਕੜ ਕੇ ਜੋ ਉੱਤੇ ਸਿੱਧੂ ਮੂਸੇਵਾਲਾ ਜੀ ਦਾ ਸਕੈਚ ਬਣਿਆ ਹੋਇਆ ਹੈ, ਉਹਨਾਂ ਨੇ ਉਸ ਦੇ ਫੇਸ ਤੇ ਗੱਲਾਂ ਤੇ ਐਵੇਂ ਹੱਥ ਫੇਰਿਆ ਜਿਵੇਂ ਇੱਕ ਨਵਾਂ ਜੰਮਿਆ ਬੱਚਾ ਮਾਂ ਦੀ ਗੋਦੀ 'ਚ ਆਉਂਦਾ ਹੈ ਨਾ। ਉਹ ਇੰਨਾ ਜ਼ਿਆਦਾ ਮਤਲਬ ਹਾਰਟ ਰੈਂਡਿੰਗ ਮੂਮੈਂਟ ਹੋ ਗਿਆ ਸੀ ਕਿ ਸਾਡੇ ਵਿੱਚ ਅਸੀਂ ਸਾਰੇ ਫਰੀਜ਼ ਕਰ ਗਏ ਸੀਗੇ। ਸੋ ਮੈਂ ਸੋਚਿਆ ਸੀ ਮੈਂ ਉਹਨਾਂ ਨਾਲ ਕਾਫੀ ਗੱਲ ਕਰਾਂਗਾ। ਪਹਿਲਾਂ ਵੀ ਇਨਫੈਕਟ ਜਦੋਂ ਮੈਂ ਇੰਟਰਵਿਊ ਲਈ ਵੀ ਜਾਂਦਾ ਸੀ ਉਦੋਂ ਵੀ ਮੈਂ ਸਪੀਚਲੈਸ ਹੋ ਜਾਂਦਾ ਸੀਗਾ। ਮੈਂ ਕ੍ਰਾਈਮ ਰਿਪੋਰਟਿੰਗ ਅੱਜ ਤੱਕ ਸਪੀਚਲੈਸ ਨਹੀਂ ਹੋਇਆ। ਮੈਂ ਵਿਕਟਿਮਸ ਨੂੰ ਵੀ ਮਿਲਿਆ, ਟੈਰਰਿਸਟਾਂ ਨੂੰ ਵੀ ਮਿਲਿਆ ਹੈਗਾ, ਪਰ ਮੈਂ ਉਹਨਾਂ ਦੀ ਮਦਰ ਅੱਗੇ ਹਮੇਸ਼ਾ ਸਪੀਚਲੈਸ ਰਿਹਾ ਹੈਗਾ। ਮੈਂ ਕੁਝ ਨਹੀਂ ਬੋਲ ਪਾਇਆ। ਉਹ ਬਸ ਉਹਨਾਂ ਨੇ ਕਰਕੇ ਬੁੱਕ ਨੂੰ ਮੱਥੇ ਲਗਾਇਆ ਤੇ ਉਹਨਾਂ ਨੇ ਕਿਹਾ ਕਿ ਬੱਚੇ ਤੁਸੀਂ ਮੇਰੇ ਪੁੱਤ ਨੂੰ ਨਿਆਂ ਦਿਵਾਓਗੇ। ਇੱਕੋ ਸੈਂਟੈਂਸ ਉਹਨਾਂ ਨੇ ਕਿਹਾ ਸੀਗਾ। ਚਲੋ ਬਹੁਤ ਧੰਨਵਾਦ। ਸਿਸਟਮ ਵੀ ਸਾਡਾ ਸਪੀਚਲੈਸ ਲੱਗਦਾ ਮੈਨੂੰ। ਥੈਂਕ ਯੂ। ਇਹ ਸਨ ਜਪਿੰਦਰਜੀਤ, ਜਿਨ੍ਹਾਂ ਤੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ। ਆਉਣ ਵਾਲੀ ਕਿਤਾਬ ਜਿਹੜਾ ਦਾ ਸੀਕੁਅਲ ਆਊਗਾ ਉਦੋਂ ਵੀ ਜਵਾਬ ਲਵਾਂਗੇ। ਪਰ ਹੂ ਕਿਲਡ ਮੂਸੇਵਾਲਾ, ਇਸ ਦਾ ਸਵਾਲ ਦਾ ਜਵਾਬ ਕਿਹੜੀ ਏਜੰਸੀ ਦੇਊਗੀ? ਕਿਉਂਕਿ ਇਹ ਸਵਾਲ ਸਿੱਧੂ ਮੂਸੇਵਾਲਾ ਦਾ ਨਹੀਂ, ਉਹਨਾਂ ਮਾਪਿਆਂ ਦਾ ਸਵਾਲ ਹੈ, ਉਸ ਪੰਜਾਬ ਦਾ ਸਵਾਲ ਹੈ ਜਿਸ ਦੀ ਅਣਖ ਤੇ ਹਿੱਟ ਕੀਤਾ ਗਿਆ। ਬਹੁਤ ਧੰਨਵਾਦ।